ਸਾਰਾ ਗਰਮੀਆਂ ਦਾ ਜਾਂ ਉਹ ਸਾਰਾ ਅਨੁਮਾਨ ਹੈ। ਤੇ ਸਾਡੇ ਕੋਲ ਕੋਈ ਬਿਜਲੀ ਅਰੇਂਜ ਕਰਨ ਦੇ ਕੋਈ ਸਾਧਨ ਨਹੀਂ ਹੈ। ਪਾਵਰ ਕੱਟ ਲੱਗਣਗੇ ਨੰਬਰ 1। ਕੱਟ ਲੱਗ ਰਹੇ ਨੇ ਕਿ ਇੱਕ ਤਾਂ ਬਿਜਲੀ ਪੈਦਾ ਨਹੀਂ ਹੋ ਰਹੀ, ਦੂਜਾ ਬਿਜਲੀ ਪੈਦਾ ਤਾਂ ਹੀ ਹੋਊਗੀ ਜੇ ਸਾਡੇ ਕੋਲ ਕੋਲਾ ਹੋਊਗਾ। ਕੀ ਕੋਲਾ ਹੈ ਨਹੀਂ ਪੰਜਾਬ 'ਚ ਜੀ? ਇਹ 3 ਸਾਲ ਨਾ ਵੇਸਟ ਕੀਤੇ ਹੁੰਦੇ ਤੇ ਹੁਣ ਤੱਕ ਸਾਨੂੰ ਜਿਹੜਾ ਕੋਲੇ ਦੀ ਨਾ ਸ਼ਾਰਟੇਜ ਹੁੰਦੀ, ਨਾ ਇੱਥੇ ਬਿਜਲੀ ਦੀ ਸ਼ਾਰਟੇਜ ਹੁੰਦੀ। ਸਾਰੇ ਦੇਸ਼ ਵਿੱਚ ਭਾਵੇਂ ਬਿਜਲੀ ਦੀ ਸ਼ਾਰਟੇਜ ਹੈ, ਪੰਜਾਬ ਵਿੱਚ ਬਿਜਲੀ ਦੀ ਸ਼ਾਰਟੇਜ ਨਹੀਂ ਹੋਣੀ ਸੀ। ਨੰਬਰ 1। ਪੂਰਾ ਪੰਜਾਬ ਬਲੈਕ ਆਊਟ ਹੋ ਸਕਦਾ। ਬਲੈਕ ਆਊਟ ਮਤਲਬ ਰੈਗੂਲੇਟਰੀ ਮੈਜਰ, ਇੰਡਸਟਰੀ ਬੰਦ ਹੋ ਸਕਦੀ ਹੈ। ਫਿਰ ਜਿਸ ਤਰ੍ਹਾਂ ਡੋਮੈਸਟਿਕ ਸੈਕਟਰ, ਕਮਰਸ਼ੀਅਲ ਸੈਕਟਰ, ਉਹਨਾਂ ਨੂੰ 6-6 8-8 ਘੰਟੇ ਜਿਹੜੇ ਪਾਵਰ ਕੱਟ ਲਾਉਣੇ ਪੈ ਸਕਦੇ ਹੈ। ਤੇ ਪੰਜਾਬ ਵਿੱਚ ਜਿਹੜਾ ਸੰਤਾਪ ਭੋਗ ਰਿਹਾ ਨਾ, ਜਿਹੜੀ ਇਹ ਜਨਤਾ ਜੋ ਪਾਵਰ ਕੱਟ ਲੱਗ ਰਿਹਾ, ਇਹ ਮੈਨੇਜਮੈਂਟ ਦੀ ਜਿਹੜੀ ਹੈ ਨਲਾਇਕੀ ਹੈ। ਜਿਹੜਾ ਆਪਣੇ ਪੰਜਾਬ ਦੇ ਲੋਕ ਸੰਤਾਪ ਭੋਗ ਰਹੇ ਆ ਬਿਜਲੀ ਕੱਟਾਂ ਨਾਲ, ਉਹ ਅੱਡ ਹੈ ਜੀ, ਉਹਦੀ ਤਾਂ ਕੋਈ ਵੈਲਿਊ ਹੈ ਨਹੀਂ। ਇਹ ਸਾਰੀਆਂ ਚੀਜ਼ਾਂ ਜੇ ਉਸ ਟਾਈਮ ਡਿਸੀਜਨ ਮੇਕਿੰਗ ਅੱਛੇ, ਜਿਹੜੇ ਦੂਰ ਅੰਦਾਜ਼ੀ ਉਸ ਵੇਲੇ ਕੁਰਸੀਆਂ ਤੇ ਬੈਠੇ ਹੁੰਦੇ ਇੰਜੀਨੀਅਰ, ਤੇ ਇਹ ਪੰਜਾਬ ਸਟੇਟ ਨੂੰ ਆਹ ਦਿਨ ਨਾ ਦੇਖਣੇ ਪੈਂਦੇ। ਅਸੀਂ ਨਾ ਤੇ ਸਟੇਟ ਸੈਕਟਰ ਜਨਰੇਸ਼ਨ ਨੂੰ ਸਾਂਭਿਆ, ਨਾ ਸਾਡੇ ਜਿਹੜੇ ਆ ਸਰਕਾਰੀ ਪਲਾਂਟ ਚਲਾ ਪਾਏ, ਨਾ ਅਸੀਂ ਕੋਲਾ ਚਲਾ ਪਾਏ, ਨਾ ਅਸੀਂ ਕੋਈ ਬਿਜਲੀ ਚੋਰੀ ਤੇ ਜਿਹੜੇ ਆ ਇਫੈਕਟਿਵ ਸਟੈਪ ਲੈ ਰਹੇ ਆ। ਤੇ ਫਾਈਨੈਂਸ ਜਿਹੜੇ ਸਾਡੇ ਵਿੱਤੀ ਹਾਲਾਤ ਨੇ ਉਹ ਦਿਨੋਂ ਦਿਨ ਬੁਰੇ ਹੋ ਰਹੇ ਆ। ਸਟਾਫ ਸਾਡੇ ਕੋਲ ਹੈ ਨਹੀਂ, ਸਾਡੇ ਫੀਲਡ ਦਾ ਬੁਰਾ ਹਾਲ ਹੈ। ਸੋ ਇਹ ਸਾਰੇ ਹਾਲਾਤ ਜਿਹੜੇ ਨੇ ਕੋਈ ਅੱਛੇ ਨਹੀਂ ਹੈ ਜੀ। ਕੋਈ ਇਹ ਹਾਲਾਤਾਂ ਨੂੰ ਦੇਖ ਕੇ ਅਸੀਂ ਕਹਿ ਨਹੀਂ ਸਕਦੇ ਵੀ ਸਾਡੀ ਜਿਹੜੀ ਹੈ PSPCL ਦੀ ਜਿਹੜੀ ਬਾਗਡੋਰ ਹੈ ਨਾ, ਉਹ ਕਿਸੇ ਸੂਝਵਾਨ ਜਿਹੜੀ ਮੈਨੇਜਮੈਂਟ ਕੋਲ ਹੈ, ਇਹ ਕਿਹਾ ਨਹੀਂ ਜਾ ਸਕਦਾ। ਜੇ ਤੁਸੀਂ ਇੰਨੇ ਹਾਰਡ ਐਟੀਟਿਊਡ ਹੈ ਵੀ ਛੋਟੀ ਜਿਹੀ ਨੈਗੇਟਿਵ ਸੋਚ ਕਾਰਨ ਉਹ ਛੋਟੀ ਗੱਲ ਨੂੰ ਰਿਜ਼ੋਲਵ ਨਹੀਂ ਕਰੋਗੇ, ਤਾਂ ਫਿਰ ਆਹ ਦਿਨ ਦੇਖਣੇ ਪੈਣਗੇ ਜੀ। ਹਾਂ, ਆਪਣੀ ਐਵੇਂ ਕੁਰਸੀ ਨੂੰ ਸੇਵ ਕਰਨਾ, ਜਿਹੜੀ ਹੈ ਅੱਛੀ ਡਿਸੀਜਨ ਮੇਕਿੰਗ ਨਹੀਂ ਲੈਣੀ, ਬੋਲਡ ਡਿਸੀਜਨ ਨਹੀਂ ਲੈਣੀ, ਇਹ ਤਾਂ ਚੀਜ਼ਾਂ ਸਾਫ਼ ਝਲਕ ਰਹੀਆਂ ਨੇ। ਫੋਰਮ ਕੀ ਸੋਚਦੇ, ਕੀ ਹੱਲ ਕੀ ਹੈਗਾ ਜੀ? ਭੁੱਲਰ ਸਾਹਿਬ ਇੱਦਾਂ ਹੈ, ਹੱਲ ਜਿਹੜਾ ਹੈ ਨਾ ਉਹ ਕੰਮ ਕਰਕੇ ਹੋਣਾ, ਗੱਲਾਂ ਕਰਕੇ ਨਹੀਂ ਹੋਣਾ, ਨਾ ਪੋਲੀਟਿਕਸ ਕਰਕੇ ਹੋਣਾ। ਇੱਕ ਗੱਲ ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ, ਪੰਜਾਬ ਦੀਆਂ ਸਾਰੀ ਪਾਰਟੀਆਂ ਲਈ ਕਹਿ ਰਿਹਾ ਕਿ ਜੇ ਬਿਜਲੀ ਪੂਰੀ ਕਰਨੀ ਹੈ ਤੇ ਇਹ ਬਿਜਲੀ ਤੇ ਪੋਲੀਟਿਕਸ ਕਰਕੇ ਜਿਹੜੀ ਹੈ ਨਾ ਬਿਜਲੀ ਪੂਰੀ ਨਹੀਂ ਹੋਣੀ। ਜਿਹੜਾ ਆਪਣਾ PCPL ਜਿਹਨੂੰ ਕਹਿੰਦੇ ਆਪਾਂ, ਉਹ ਸਰਕਾਰ ਨੂੰ ਗੁੰਮਰਾਹ ਕਰਦਾ ਹੈਗਾ ਕਿ ਸਰਕਾਰ ਉਹਨੂੰ ਗੁੰਮਰਾਹ ਕਰਦੀ, ਜਾਂ ਦੋਨੇ ਮਿਲੇ ਹੋਏ ਨੇ? ਸੋ ਇਹ ਤੋਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਿਹੜੇ ਬੰਦੇ ਪ੍ਰੋਫੈਸ਼ਨਲ ਹੈ, ਡਿਗਰੀਆਂ ਇੰਜੀਨੀਅਰਿੰਗ ਦੀਆਂ ਪਾਸ ਕੀਤੀਆਂ ਨੇ, ਤੇ ਜਿਹੜੇ ਬਿਆਨਬਾਜ਼ੀ ਉਹ ਪੋਲੀਟੀਕਲ ਨਹੀਂ ਦੇ ਰਹੇ ਜੀ। ਇਹ ਸਭ ਤੋਂ ਡੇਂਜਰਸ ਚੀਜ਼ ਹੈ। ਦੇ ਅੰਦਰ ਹਾਹਾਕਾਰ ਮਚੀ ਹੋਈ ਆ, ਬਿਜਲੀ ਦੇ ਵੱਡੇ ਕੱਟ ਲੱਗ ਰਹੇ ਨੇ, ਲੋਕ ਪਰੇਸ਼ਾਨ ਨੇ, ਸਰਕਾਰ ਮੀਟਿੰਗਾਂ ਤੇ ਮੀਟਿੰਗਾਂ ਕਰ ਰਹੀ ਆ। ਇਹ ਕ੍ਰਾਈਸਿਸ ਕਿਉਂ, ਵਜ੍ਹਾ ਕੀ ਆ ਕਿ ਆਖਿਰ ਪੰਜਾਬ 'ਚ ਬਿਜਲੀ ਦੀ ਸ਼ਾਰਟੇਜ ਕਿਉਂ ਆ? ਕੀ ਕੋਲੇ ਦੀ ਸ਼ਾਰਟੇਜ ਆ? ਪੰਜਾਬ ਸਰਕਾਰ ਦੇ ਮੰਤਰੀ ਜਾ ਕੇ ਸੈਂਟਰ ਦੇ ਨਾਲ ਗੱਲਬਾਤ ਕਰਦੇ ਆ। ਪੰਜਾਬ ਜਿਹੜੇ ਸਟੇਟ ਕਾਰਪੋਰੇਸ਼ਨ ਪਾਵਰ ਲਿਮਟਿਡ ਆ, ਉਹਨੇ ਇੰਤਜ਼ਾਮ ਕਿਉਂ ਨਹੀਂ ਕੀਤੇ? ਇਸ ਪੂਰੇ ਮੁੱਦੇ 'ਤੇ ਅਸੀਂ ਗੱਲਬਾਤ ਕਰਾਂਗੇ। ਔਰ ਸਾਡੇ ਨਾਲ ਇਸ ਸਮੇਂ ਨੇ ਸਰਦਾਰ ਭੁਪਿੰਦਰ ਸਿੰਘ, ਜਿਹੜੇ ਕਨਵੀਨਰ ਨੇ ਪੰਜਾਬ ਪਾਵਰ ਸੈਕਟਰ ਫੋਰਮ ਦੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਰ ਬਹੁਤ ਸਵਾਗਤ ਜੀ। ਧੰਨਵਾਦ ਜੀ ਭੁੱਲਰ ਸਾਹਿਬ ਤੁਹਾਡਾ, ਔਰ ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੀ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਰ ਕੀ ਵਜ੍ਹਾ, ਜੇ ਸਮਝਿਆ ਜਾਵੇ, ਕੋਲੇ ਦਾ ਜਿਹੜਾ ਕ੍ਰਾਈਸਿਸ ਆ ਹੁਣ ਤੇ ਸਾਰੇ ਇੰਡੀਆ 'ਚ ਹੀ ਲੱਗ ਰਿਹਾ, ਪੰਜਾਬ 'ਚ ਜ਼ਿਆਦਾ ਲੱਗ ਰਿਹਾ ਹੈਗਾ, ਵਜ੍ਹਾ ਕੀ ਆ? ਕੀ ਕਾਰਨ ਸਮਝਦੇ ਹੈਗੇ ਤੁਸੀਂ ਜੀ? ਦੇਖੋ ਇਸ ਤਰ੍ਹਾਂ ਹੈ ਕਿ ਇੱਕ ਤਾਂ ਜਿਹੜਾ ਇਹ ਸਾਲ ਹੈ ਇਹਦੇ 'ਚ ਟੈਂਪਰੇਚਰ ਬਹੁਤ ਵੱਧ ਗਿਆ, ਗਰਮੀ ਬਹੁਤ, ਔਰ ਅਪ੍ਰੈਲ ਮਹੀਨੇ 'ਚ ਇੰਨੇ ਜ਼ਿਆਦਾ ਟੈਂਪਰੇਚਰ ਇੱਥੇ ਮਤਲਬ ਇਸ ਸਾਲ ਆਏ। ਆਪਾਂ ਪਰਸੋਂ ਅਖਬਾਰ 'ਚ ਵੀ ਆਇਆ ਕਿ ਪਿਛਲੇ 122 ਸਾਲ ਦਾ ਰਿਕਾਰਡ ਤੋੜ ਦਿੱਤਾ। ਅਰਲੀ ਜਿਹੜੀ ਹੈ ਉਹ ਗਰਮੀ ਆ ਗਈ, ਨੰਬਰ 1। ਦੂਸਰਾ, ਇਸ ਸਾਲ ਹੋਰ ਜ਼ਿਆਦਾ ਗਰਮੀ, ਜਿਹੜੇ ਹਾਈ ਟੈਂਪਰੇਚਰ ਦੀ ਸੰਭਾਵਨਾ ਹੈ। ਸੋ ਇਹ ਜਿਹੜੀ ਇਹਨੇ ਸਾਰੀ ਚੀਜ਼ ਨੇ ਬਿਜਲੀ ਦੀ ਡਿਮਾਂਡ ਜਿਹੜੀ ਹੈ ਉਹ 'ਚ ਜਿਹੜਾ ਜੋ ਪਹਿਲੇ ਅੰਦਾਜ਼ਾ ਸੀਗਾ ਉਹਦੇ ਨਾਲ ਜ਼ਿਆਦਾ ਵਾਧਾ ਹੋ ਗਿਆ, ਨੰਬਰ 1। ਦੂਸਰਾ, ਜਿਹੜਾ ਕੋਵਿਡ ਦੇ ਕਾਰਨ ਲੋਕਡਾਊਨ ਰਿਹਾ, ਇਕੋਨਮੀ 2 ਸਾਲ ਬੰਦ ਰਹੀ ਹੈ, ਉਹ ਹੁਣ ਫਿਰ ਵੈਕਸੀਨੇਸ਼ਨ ਹੋ ਗਈ ਅਤੇ ਹੋਰ ਜਿਹੜਾ ਚੀਜ਼ਾਂ ਹੋ ਗਈਆਂ, ਸਾਰੀ ਦੁਨੀਆ ਦਾ ਜਿਹੜਾ ਉਹ ਮਾਰਕੀਟਸ ਅਤੇ ਹੋਰ ਚੀਜ਼ਾਂ ਵੀ ਜਿਹੜੀਆਂ ਖੁੱਲ੍ਹ ਗਈਆਂ, ਉਹਨੇ ਵੀ ਜਿਹੜੀ ਡਿਮਾਂਡ ਜਿਹੜੀ ਹੈ ਉਹ ਐਡ ਕੀਤੀ। ਉਹ ਸਾਰੀਆਂ ਨਾ ਕ੍ਰਾਈਸਿਸ ਇਕੱਠੀਆਂ ਹੋ ਗਈਆਂ। ਅਤੇ ਇਸ ਲਈ ਤੁਸੀਂ ਆਪਾਂ ਦੇਖਿਆ ਵੀ ਸਾਰੇ ਹਿੰਦੁਸਤਾਨ 'ਚ ਇੱਕ ਤਾਂ ਬੜੇ ਸਾਲਾਂ ਤੋਂ ਬਾਅਦ ਬਿਜਲੀ ਦੀ ਘਾਟ ਹੋ ਗਈ, ਡੈਫੀਸ਼ੀਐਂਸੀ ਹੋ ਗਈ ਹੈ ਨਾ।
ਪੀਕ ਡਿਮਾਂਡ ਦੀ 5% ਅੱਜ ਵੀ ਅਖਬਾਰ 'ਚ ਆਇਆ ਡੈਫੀਸ਼ੀਐਂਸੀ ਹੋਈ ਹੈ। ਜਿਹੜੀ ਪੀਕ ਡਿਮਾਂਡ ਵਧੀ ਹੈ ਅਤੇ ਕੋਲੇ ਦੀ ਕਮੀ ਵੀ ਮਹਿਸੂਸ ਹੋ ਰਹੀ ਹੈ। ਸੋ ਇਹ ਜੀ ਸਾਰੀ ਸਿਚੁਏਸ਼ਨ ਜਿਹੜੀ ਹੈ ਉਹ ਬਣ ਰਹੀ ਹੈ ਜੀ ਦੇਸ਼ ਵਿੱਚ ਅਤੇ ਪੰਜਾਬ ਵਿੱਚ ਵੀ। ਪਰ ਇੰਤਜ਼ਾਮ ਕਰਨੇ ਤੇ ਪਤਾ ਹੀ ਹੁੰਦਾ ਨਾ, ਆਪਾਂ ਤਾਂ ਮੰਨ ਕੇ ਚੱਲਦੇ ਨਾ ਕਿ ਮਹਿਕਮੇ ਇੰਤਜ਼ਾਮ ਤੇ ਕਰਦਾ ਕਿ ਆਉਣ ਵਾਲੇ ਸਮੇਂ 'ਚ ਕੁਝ ਵੀ ਹੋ ਸਕਦਾ। ਇੰਨਾ ਕੀ ਤੋਂ ਸੋਚ ਕੇ ਰੱਖਦਾ ਮਹਿਕਮਾ ਕਿ ਜਾਂ ਸਾਡੇ ਕੋਲ ਕੋਲਾ ਨਹੀਂ ਹੈਗਾ, ਬਿਜਲੀ ਦੇ ਜਿਹੜੇ ਇਸ ਸਮੇਂ ਕੱਟ ਲੱਗ ਰਹੇ ਨੇ ਕਿ ਇੱਕ ਤਾਂ ਬਿਜਲੀ ਪੈਦਾ ਨਹੀਂ ਹੋ ਰਹੀ, ਦੂਜਾ ਬਿਜਲੀ ਪੈਦਾ ਤਾਂ ਹੀ ਹੋਊਗੀ ਜੇ ਸਾਡੇ ਕੋਲ ਕੋਲਾ ਹੋਊਗਾ। ਕੀ ਕੋਲਾ ਹੈ ਨਹੀਂ ਪੰਜਾਬ 'ਚ ਜੀ, ਜਾਂ ਪੰਜਾਬ ਦੇ ਕੋਟਾ ਮਿਲਿਆ ਨਹੀਂ ਪੰਜਾਬ ਨੂੰ ਕੋਲੇ 'ਚ? ਦੇਖੋ ਪੰਜਾਬ ਦੀ ਜਿੱਥੇ ਤੱਕ ਆਪਾਂ ਗੱਲ ਕਰੀਏ ਤੇ ਪੰਜਾਬ 'ਚ ਪਿਛਲੇ ਸਾਲ ਗਰਮੀਆਂ 'ਚ ਬਹੁਤ ਵੱਡੇ ਕੱਟ ਲੱਗੇ ਸੀਗੇ। ਇੰਡਸਟਰੀ ਇੰਨੇ ਸਮੇਂ ਲਈ ਸਾਨੂੰ ਬੰਦ ਕਰਨੀ ਪਈ। LS ਇੰਡਸਟਰੀ ਪਿਛਲੇ ਕਈ ਸਾਲਾਂ ਤੋਂ ਬਾਅਦ ਅਸੀਂ ਪੂਰੀ ਇੰਡਸਟਰੀ ਬੰਦ ਕਰਨੀ ਪਈ। ਉਹਦਾ ਕਾਰਨ ਸੀਗਾ ਕਿ ਪਿਛਲੇ ਸਾਲ ਤਕਰੀਬਨ 14,000 ਮੈਗਾਵਾਟ ਡਿਮਾਂਡ, ਮੈਕਸਿਮਮ ਡਿਮਾਂਡ ਜਿਹੜੀ ਹੈ ਉਹਦਾ ਅੰਦਾਜ਼ਾ ਸੀਗਾ। ਉਹਦੇ ਇੰਤਜ਼ਾਮ PSPCL ਨੇ ਕੀਤੇ ਹੋਏ ਸੀਗੇ ਵੀ ਮੈਂ 14,000 ਮੈਗਾਵਾਟ ਲੋਕਾਂ ਨੂੰ ਡਿਮਾਂਡ ਪੂਰੀ ਕਰ ਦਾਂਗਾ। ਅਤੇ ਪਿਛਲੇ ਸਾਲ ਤੋਂ ਜੇ ਆਪਾਂ 6-7 ਸਾਲ ਪੁਰਾਣੇ ਲਾਈਏ ਹੈ ਨਾ, ਸਾਲ 15-16 ਤੋਂ ਬਾਅਦ ਪੰਜਾਬ ਵਿੱਚ ਕੋਈ ਪਾਵਰ ਕੱਟ ਨਹੀਂ ਸੀ ਲੱਗਦੇ। ਉਹ ਤੋਂ ਪਹਿਲਾਂ ਲੱਗਦੇ ਸੀਗੇ। ਅਸੀਂ ਜਦੋਂ ਆਪਾਂ ਕਹਿੰਦੇ ਵੀ ਪਾਵਰ ਸਰਪਲਸ ਹੋ ਗਿਆ ਅਤੇ ਪਾਵਰ ਕੱਟ ਨਹੀਂ ਲੱਗੇ। ਪਿਛਲੇ ਸਾਲ ਪਾਵਰ ਕੱਟ ਲੱਗੇ। ਅੰਦਾਜ਼ਾ ਸੀਗਾ 14,000 ਮੈਗਾਵਾਟ ਦਾ, ਰਿਕਾਰਡ ਹੋਈ 15,400 ਮੈਗਾਵਾਟ। ਅੰਦਾਜ਼ੇ ਨਾਲੋਂ 14-1500 ਮੈਗਾਵਾਟ ਵੱਧ ਹੋ ਗਈ। ਜਿਹੜਾ ਅਸੀਂ ਸੋਚਿਆ ਸੀਗਾ ਵੀ 14,000 ਮੈਗਾਵਾਟ ਦੇਵਾਂਗੇ, ਉਹਦੇ ਅਗੇਂਸਟ ਅਸੀਂ 13,400 ਮੈਗਾਵਾਟ ਹੀ ਦੇ ਪਾਏ। ਸੋ 13,400 ਮੈਗਾਵਾਟ ਅਤੇ 15,400 2,000 ਮੈਗਾਵਾਟ ਦੀ ਜਿਹੜੀ ਸ਼ਾਰਟਫਾਲ ਰਹੀ, ਉਹਦੇ ਕਾਰਨ ਕੱਟ ਲਾਣੇ ਪਏ। ਹੁਣ ਜਦ ਪਿਛਲੇ ਸਾਲ ਸਾਡੀ ਡਿਮਾਂਡ 15,400 ਰਹੀ ਹੈ ਅਤੇ ਮੈਂ ਅਖਬਾਰਾਂ 'ਚ ਪੜ੍ਹਦਾ ਹਾਂ ਕਿ PSPCL ਦੀ ਮੈਨੇਜਮੈਂਟ ਵੀ ਕਹਿੰਦੀ ਹੈ ਕਿ ਅਸੀਂ ਜੀ ਤਕਰੀਬਨ ਐਤਕੀ 15,000 ਮੈਗਾਵਾਟ ਦੇ ਕਰੀਬ ਜਿਹੜੀ ਮੈਕਸੀਮਮ ਡਿਮਾਂਡ ਰਹੇਗੀ, ਉਨੇ ਕੁ ਸਾਡੇ ਕੋਲ ਇੰਤਜ਼ਾਮ ਨੇ। ਹੁਣ ਜੇ ਇੱਕ ਚੀਜ਼, ਮੈਂ 4-5 ਦਿਨ ਪਹਿਲੇ ਨਾ ਹਰਿਆਣੇ ਦੇ ਪਾਵਰ ਮੰਤਰੀ ਦਾ ਬਿਆਨ ਪੜ੍ਹ ਰਿਹਾ ਸੀਗਾ। ਉਹਨਾਂ ਦੀ ਡਿਮਾਂਡ ਪਿਛਲੇ ਸਾਲ ਮੈਕਸੀਮਮ ਡਿਮਾਂਡ ਸੀ 12,125 ਮੈਗਾਵਾਟ। ਉਹ ਮੰਤਰੀ ਜੀ ਕਹਿੰਦੇ ਹਰਿਆਣੇ ਦੇ ਕਿ ਸਾਡੀ ਡਿਮਾਂਡ ਐਤਕੀ 15,000 ਮੈਗਾਵਾਟ ਜਾਏਗੀ, ਮਤਲਬ ਪਿਛਲੇ ਸਾਲ ਨਾਲੋਂ 3,000 ਮੈਗਾਵਾਟ ਜਿਹੜੀ ਹੈ ਉਹ ਵੱਧ ਡਿਮਾਂਡ ਹੋਣੀ ਹੈ। ਅਤੇ ਸਾਡੀ ਪਿਛਲੇ ਸਾਲ 15,400 ਸੀ ਅਤੇ ਅਸੀਂ ਹੁਣ ਬਿਆਨ ਦੇ ਰਹੇ ਹਾਂ ਕਿ ਸਾਡੀ 15,000 ਵੀ 400 ਮੈਗਾਵਾਟ ਘੱਟ ਜਾਣੀ ਹੈ। ਅਤੇ ਅਪ੍ਰੈਲ ਮਹੀਨੇ 'ਚ ਸਾਡੀ 12,100-1,300 ਮੈਗਾਵਾਟ ਪਿਛਲੇ ਅਪ੍ਰੈਲ ਨਾਲੋਂ ਜ਼ਿਆਦਾ ਰਹੀ ਹੈ। 35-40% ਜਿਹੜੀ ਹੈ ਐਨਰਜੀ ਅਸੀਂ ਜ਼ਿਆਦਾ ਬਿਜਲੀ ਦੇ ਰਹੇ ਹਾਂ। ਸੋ ਪਹਿਲੀ ਗੱਲ ਤਾਂ ਮੈਕਸੀਮਮ ਡਿਮਾਂਡ ਜਿਹੜੀ ਹੈ ਉਹ ਉੱਤੇ ਆਪਾਂ ਇਹ ਕਹਿਣਾ ਵੀ ਉਹਨੂੰ ਨਾ ਅੰਡਰ ਐਸਟੀਮੇਟ ਜਾਂ ਅੰਡਰ ਪ੍ਰੋਜੈਕਟ ਕੀਤਾ ਜਾ ਰਿਹਾ। ਵੇਅਰਐਜ਼ ਕਿ ਡਿਮਾਂਡ ਜਿਹੜੀ ਹੈ 16,000 ਤੱਕ ਕ੍ਰਾਸ ਕਰਨ ਦੀ ਪੂਰਾ ਮਤਲਬ ਚਾਂਸ ਹੈ, ਹੋ ਸਕਦਾ 16,500। ਝੋਨੇ ਦਾ ਲਵਾਈ ਦਾ ਸੀਜ਼ਨ ਸ਼ੁਰੂ ਹੋਣਾ ਜੀ। ਬਿਲਕੁਲ ਜੀ। ਸੋ ਹੁਣ ਵੀ 9500-9600 ਮੈਗਾਵਾਟ 'ਤੇ ਡਿਮਾਂਡ ਪਹੁੰਚ ਗਈ ਹੈ। ਸੋ ਉਹ ਜਦੋਂ 16,000 ਮੈਗਾਵਾਟ ਸਾਡੀ ਡਿਮਾਂਡ ਕ੍ਰਾਸ ਕਰ ਗਈ ਅਤੇ ਸਾਡੇ ਕੋਲ ਜੋ ਇੰਤਜ਼ਾਮ ਦੀ, ਜਿੱਦਾਂ ਤੁਸੀਂ ਗੱਲ ਕੀਤੀ, 14,000 ਮੈਗਾਵਾਟ ਹੱਦ ਕੋਈ ਬਹੁਤ ਹੀ ਅੱਛਾ ਕਹਿ ਲਓ ਵੀ 14,200 ਮੈਗਾਵਾਟ 300 ਮੈਗਾਵਾਟ, ਇਹ ਤੋਂ ਉੱਤੇ ਸਾਡੇ ਕੋਲ ਇੰਤਜ਼ਾਮ ਨਹੀਂ ਹੈ। ਅਤੇ ਜੇ 16,500 ਜਾਂ 16,000 ਮੈਗਾਵਾਟ ਸਾਡੀ ਡਿਮਾਂਡ ਕ੍ਰਾਸ ਕਰ ਗਈ, ਜਿਹਦਾ ਕਿ ਪੂਰਾ ਗਰਮੀਆਂ ਦਾ ਜਾਂ ਉਹ ਸਾਰਾ ਅਨੁਮਾਨ ਹੈ, ਅਤੇ ਸਾਡੇ ਕੋਲ ਕੋਈ ਬਿਜਲੀ ਅਰੇਂਜ ਕਰਨ ਦੇ ਕੋਈ ਸਾਧਨ ਨਹੀਂ ਹੈ। ਪਾਵਰ ਕੱਟ ਲੱਗਣਗੇ। ਨੰਬਰ 1 ਮੁੱਦਾ ਮਤਲਬ ਪੂਰਾ ਪੰਜਾਬ ਬਲੈਕ ਆਊਟ ਹੋ ਸਕਦਾ। ਬਲੈਕ ਆਊਟ ਮਤਲਬ ਰੈਗੂਲੇਟਰੀ ਮੈਜਰ, ਇੰਡਸਟਰੀ ਬੰਦ ਹੋ ਸਕਦੀ ਹੈ। ਫਿਰ ਜਿਸ ਤਰ੍ਹਾਂ ਡੋਮੈਸਟਿਕ ਸੈਕਟਰ, ਕਮਰਸ਼ੀਅਲ ਸੈਕਟਰ, ਉਹਨਾਂ ਨੂੰ 6-6, 8-8 ਘੰਟੇ ਜਿਹੜੇ ਪਾਵਰ ਕੱਟ ਲਾਉਣੇ ਪੈ ਸਕਦੇ ਹੈ। ਸੋ ਜੋ ਪਿਛਲੇ ਸਾਲ ਪੀਕ ਡਿਮਾਂਡ 15,400 ਗਈ ਸੀਗੀ ਅਤੇ 16,000 ਤੱਕ ਕ੍ਰਾਸ ਕਰੇਗੀ, ਅਤੇ ਇੱਥੇ ਤਾਂ ਇੰਨੇ ਅਰੇਂਜਮੈਂਟ ਹੈ ਨਹੀਂ ਜੀ ਸਾਡੇ ਕੋਲ। ਬਿਲਕੁਲ। ਮੇਰਾ ਸਵਾਲ ਹੈ ਕਿ ਸਾਡੇ ਕੋਲ ਕੋਲਾ ਹੈ ਨਹੀਂ, ਕੋਲੇ ਦੀ ਸ਼ਾਰਟੇਜ ਕਿਉਂ ਆ ਪੰਜਾਬ ਦੇ ਵਿੱਚ? ਦੇਖੋ ਇਸ ਤਰ੍ਹਾਂ ਹੈ ਕਿ ਪੰਜਾਬ 'ਚ ਨਾ ਕੋਲੇ ਦੀ ਸਾਡੇ ਕੋਲ ਇੱਕ ਆਪਣੀ ਮਾਈਨ ਸੀ। ਕੋਲੇ ਦੀ ਸ਼ਾਰਟੇਜ ਦੀ ਮੈਂ ਗੱਲ ਕਰਾਂ, ਕੋਲੇ ਦੀ ਸ਼ਾਰਟੇਜ ਦੇ ਕਾਰਨ ਸਾਨੂੰ ਮਹਿੰਗੀ ਸ਼ਾਰਟ ਟਰਮ ਪਾਵਰ ਵੀ ਖਰੀਦਣੀ ਪੈ ਰਹੀ ਹੈ। ਅਪ੍ਰੈਲ ਮਹੀਨੇ 'ਚ ਅਸੀਂ 300 ਕਰੋੜ ਤੋਂ ਜ਼ਿਆਦਾ ਬਿਜਲੀ, ਆਹ ਜਿਹੜਾ ਹੁਣ ਆਪਾਂ 30 ਅਪ੍ਰੈਲ 2022 ਦੀ ਗੱਲ ਕਰ ਰਹੇ ਹਾਂ, 300 ਕਰੋੜ ਰੁਪਏ ਤੋਂ ਜ਼ਿਆਦਾ ਸਾਨੂੰ ਪਾਵਰ ਐਕਸਚੇਂਜ ਤੋਂ ਬਿਜਲੀ ਲੈਣੀ ਪਈ ਐਟ ਰੇਟਸ ਮੋਰ ਦੈਨ 10 ਰੁਪੀਜ਼। ਇੰਨੀ ਜ਼ਿਆਦਾ ਸਾਨੂੰ ਸ਼ਾਰਟੇਜ ਅਸੀਂ ਚੱਲ ਰਹੀ ਹੈ। ਅਤੇ ਸਾਡੇ ਕੋਲ ਪੰਜਾਬ ਕੋਲ ਇੱਕ ਆਪਣੀ ਮਾਈਨ ਹੈ ਝਾਰਖੰਡ ਸਟੇਟ 'ਚ, ਪਕੂਰ ਡਿਸਟ੍ਰਿਕਟ ਹੈ, ਉੱਥੇ ਪਛਵਾੜਾ ਕੋਲ ਮਾਈਨ ਹੈ। ਉਹਦੇ ਵਿੱਚ ਪ੍ਰਿਆਪਤ ਕੋਲਾ ਵਧੀਆ ਜਿਹੜਾ
ਕੁਆਲਿਟੀ ਦਾ ਕੋਲਾ ਉਹਦਾ 41-4200 ਕੈਲੋਰੀਫਿਕ ਵੈਲਿਊ ਦਾ ਕੋਲਾ ਹੈ। 34% ਤੋਂ ਘੱਟ ਉਹਦੇ ਵਿੱਚ ਐਸ਼ ਕੰਟੈਂਟ ਹੈ। ਉਹ ਕੋਲਾ ਅਨੁਮਾਨਿਤ ਹੈ ਵੀ 400 ਮਿਲੀਅਨ ਟਨ ਤੋਂ ਉੱਤੇ ਉਹਦੇ ਰਿਜ਼ਰਵਸ ਨੇ। ਅਸੀਂ ਉਹਨੂੰ 2005 ਤੋਂ ਲੈ ਕੇ 2015 ਤੱਕ ਤਕਰੀਬਨ 50 ਮਿਲੀਅਨ ਟਨ ਕੋਲਾ ਉਹ 'ਚੋਂ ਮਾਈਨ ਕਰਕੇ ਉਹਦੇ ਨਾਲ ਸਸਤੀ ਬਿਜਲੀ ਪੈਦਾ ਕਰਕੇ ਅਸੀਂ ਲੋਕਾਂ ਨੂੰ ਦਿੰਦੇ ਸੀਗੇ। ਬਿਜਲੀ ਵੀ ਸਸਤੀ ਸੀਗੀ। ਪਰ 15 ਤੋਂ ਬਾਅਦ ਸੁਪਰੀਮ ਕੋਰਟ ਨੇ ਉਹ ਸਾਰੇ ਪੁਰਾਣੇ ਕੰਟਰੈਕਟ ਕੈਂਸਲ ਕਰਤੇ। ਪੰਜਾਬ ਦਾ ਵੀ ਹੋ ਗਿਆ, ਬਾਕੀਆਂ ਦਾ ਵੀ ਹੋ ਗਿਆ। ਹੁਣ ਹੋਇਆ ਕੀ, ਬਾਕੀ ਸਟੇਟਾਂ ਨੇ ਆਪਣੀ ਮਾਈਨਿੰਗ ਦੁਬਾਰਾ ਸ਼ੁਰੂ ਕਰਤੀ। ਫਾਰ ਐਗਜ਼ਾਮਪਲ ਪਛਵਾੜਾ ਕੋਲ ਮਾਈਨ ਹੈ, ਉਹਦੇ ਨਾਲ ਹੀ ਵੈਸਟ ਬੰਗਾਲ ਦੀ ਵੀ ਹੈ ਪਛਵਾੜੇ 'ਚ ਹੀ ਕੋਲ ਮਾਈਨ। ਉਹਨਾਂ ਨੇ ਤਾਂ ਸਨ 18 ਤੋਂ 3-4 ਸਾਲ ਤੋਂ ਮਾਈਨਿੰਗ ਸ਼ੁਰੂ ਉਹਨਾਂ ਨੇ ਕੰਟੀਨਿਊ ਕੀਤੀ ਹੋਈ ਹੈ। ਸਾਡੀ ਜਿਹੜੀ ਹੈ ਅਸੀਂ ਹਾਲੇ ਤੱਕ ਉਹਦੀ ਮਾਈਨਿੰਗ ਨਹੀਂ ਸ਼ੁਰੂ ਕਰ ਪਾਏ। 4 ਸਾਲ ਜਿਹੜੇ 3-4 ਸਾਲ ਜਿਹੜੀ ਮਾਈਨਿੰਗ ਅਸੀਂ ਨਹੀਂ ਕਰ ਪਾਏ, ਉਹੋ ਹੀ ਮੁੱਢਲਾ ਕਾਰਨ ਹੈ ਕਿ ਆਪਣੇ ਕੋਲਾ ਸਾਡੇ ਕੋਲ ਹੈਗਾ, ਵਧੀਆ ਕੋਲਾ ਹੈ, ਘੱਟ ਐਸ਼ ਕੰਟੈਂਟ ਦਾ ਕੋਲਾ ਹੈ, ਅਤੇ ਅਸੀਂ ਉਹਦੀ ਮਾਈਨਿੰਗ ਜਿਹੜੀ ਹੈ ਬੈਡ ਮੈਨੇਜਮੈਂਟ ਡਿਸੀਜਨ ਦੇ ਕਰਕੇ ਉਹ ਡਿਲੇ ਕਰਤੀ। ਅਤੇ ਪੰਜਾਬ ਵਿੱਚ ਜਿਹੜਾ ਸੰਤਾਪ ਭੋਗ ਰਹੇ ਆ ਨਾ, ਜਿਹੜੀ ਇਹ ਜਨਤਾ ਜੋ ਪਾਵਰ ਕੱਟ ਲੱਗ ਰਹੇ ਆ, ਇਹ ਮੈਨੇਜਮੈਂਟ ਦੀ ਜਿਹੜੀ ਹੈ ਨਲਾਇਕੀ ਹੈ ਕਿ ਅਸੀਂ ਪਛਵਾੜਾ ਕੋਲ ਮਾਈਨ ਦੀ ਮਾਈਨਿੰਗ ਕਿਉਂ ਨਹੀਂ ਹੁਣ ਤੱਕ ਕਰ ਪਾ ਰਹੇ ਜੀ। ਨਹੀਂ ਕਿਉਂ ਨਹੀਂ ਕੱਢ ਪਾ ਰਹੇ? ਇਹਦੇ 'ਚ ਕੀ ਮੈਨੇਜਮੈਂਟ ਮੀਨ ਚੇਅਰਮੈਨ ਜਾਂ ਬੋਰਡ ਆਫ ਡਾਇਰੈਕਟਰ ਜਾਂ ਉਸ ਸਮੇਂ ਦੀ ਪੰਜਾਬ ਸਰਕਾਰ ਦੀ ਬਰਾਬਰ ਦੀ ਜ਼ਿੰਮੇਵਾਰੀ ਹੈਗੀ ਹੈ? ਨਹੀਂ, ਦੇਖੋ ਸਰਕਾਰ ਦੀ ਜਿਹੜੀ ਹੈ ਜਿਹੜੀ ਗੌਰਮੈਂਟ ਹੁੰਦੀ ਹੈ ਜਾਂ ਉਸ ਵੇਲੇ ਦੇ CM ਸਾਹਿਬ ਨੇ, ਉਹਨਾਂ ਦੀ ਤਾਂ ਇੱਕ ਓਵਰਆਲ ਹੁੰਦੀ ਹੈ। ਪਰ ਜਦ ਉਹਨਾਂ ਨੇ ਇੱਕ ਨਿਯੁਕਤ ਕਰਤਾ ਵੀ CMD ਜਾਂ ਹੈ ਨਾ ਉਹ ਡਾਇਰੈਕਟਰਸ ਨਿਯੁਕਤ ਕਰ ਦਿੱਤੇ, ਅਤੇ ਉਹ ਜਿਹੜੇ ਜਨਰੇਸ਼ਨ ਦਾ ਇੰਚਾਰਜ ਨੇ ਜਿਨ੍ਹਾਂ ਨੇ ਕਿ ਜਨਰੇਸ਼ਨ ਆਫ ਇਲੈਕਟ੍ਰੀਸਿਟੀ ਅਤੇ ਕੋਲੇ ਦੀ ਮਾਈਨ ਉਹਨੂੰ, ਅਤੇ ਖਾਸ ਕਰਕੇ CMD, ਔਰ ਉਹ ਵੀ CMD ਜਿਹੜਾ ਕਿ ਇੰਜੀਨੀਅਰ ਹੋਵੇ, ਉਹ ਵੀ ਇੰਜੀਨੀਅਰ ਹੋਵੇ, ਜਨਰੇਸ਼ਨ ਦਾ ਹੋਵੇ। ਅਤੇ ਉਹ ਜਦ ਆਪਾਂ ਨੂੰ ਹਾਈ ਕੋਰਟ ਨੇ ਜਨਵਰੀ 19 'ਚ ਸਾਨੂੰ ਰਾਈਟ ਆਫ ਫਸਟ ਰਿਫਿਊਜ਼ਲ ਕਹਿ ਤਾ ਕਿ ਜਿਹੜੀ ਪੁਰਾਣੀ ਜਿਹੜੀ ਕੰਪਨੀ ਹੈ ਜਿਹਦੇ ਕੋਲ ਸਾਰਾ ਸਾਜੋ ਸਮਾਨ ਐਕਸਪੀਰੀਅੰਸ ਸੀਗਾ, ਅਤੇ ਉਹਨੂੰ ਕਹਿ ਦਿੱਤਾ ਵੀ ਜਿਹੜਾ ਨਵਾਂ ਟੈਂਡਰ ਆਏ ਉਹਦੇ L1 ਰੇਟ ਹੈ ਜਿਹੜਾ, ਉਹਦੇ ਰੇਟ 'ਤੇ ਉਹਨੂੰ ਉਹ ਕਰਨ ਨੂੰ ਤਿਆਰ ਸੀਗਾ। ਅਤੇ ਰਾਈਟ ਆਫ ਫਸਟ ਰਿਫਿਊਜ਼ਲ ਜੇ ਉਸ 'ਤੇ ਅਸੀਂ ਸੁਪਰੀਮ ਕੋਰਟ 'ਚ ਨਾ ਜਾਂਦੇ, ਇਹ 3 ਸਾਲ ਨਾ ਵੇਸਟ ਕੀਤੇ ਹੁੰਦੇ, ਅਤੇ ਹੁਣ ਤੱਕ ਸਾਨੂੰ ਜਿਹੜਾ ਕੋਲੇ ਦੀ ਨਾ ਸ਼ਾਰਟੇਜ ਹੁੰਦੀ, ਨਾ ਇੱਥੇ ਬਿਜਲੀ ਦੀ ਸ਼ਾਰਟੇਜ ਹੁੰਦੀ। ਸਾਰੇ ਦੇਸ਼ ਵਿੱਚ ਭਾਵੇਂ ਬਿਜਲੀ ਦੀ ਸ਼ਾਰਟੇਜ ਹੈ, ਪੰਜਾਬ ਵਿੱਚ ਬਿਜਲੀ ਦੀ ਸ਼ਾਰਟੇਜ ਨਹੀਂ ਹੋਣੀ ਸੀ, ਨੰਬਰ 1। ਨੰਬਰ 2, ਜਿਹੜਾ 3-4 ਸਾਲ ਜਿਹੜਾ ਪਛਵਾੜਾ ਦਾ ਕੋਲਾ ਜਿਹੜਾ ਅਸੀਂ ਮਾਈਨ ਨਹੀਂ ਕਰ ਪਾਏ, ਉਹਦਾ ਅੰਦਾਜ਼ਨ 5000 ਕਰੋੜ ਰੁਪਏ ਤੋਂ ਉੱਤੇ ਪੰਜਾਬ ਨੂੰ ਉਹਦਾ ਫਾਈਨੈਂਸ਼ੀਅਲ ਲਾਸ ਹੋ ਗਿਆ ਜੀ। ਅਤੇ ਜਿਹੜਾ ਗੁੱਡਵਿਲ ਦਾ ਲਾਸ, ਜਿਹੜਾ ਆਪਣੇ ਪੰਜਾਬ ਦੇ ਲੋਕ ਸੰਤਾਪ ਭੋਗ ਰਹੇ ਆ ਬਿਜਲੀ ਕੱਟਾਂ ਨਾਲ, ਉਹ ਅੱਡ ਹੈ ਜੀ, ਉਹਦੀ ਤਾਂ ਕੋਈ ਵੈਲਿਊ ਹੈ ਨਹੀਂ ਜੀ। 5000 ਕਰੋੜ ਦਾ ਜਿਹੜਾ ਤੁਸੀਂ ਇਹਦੇ ਨੁਕਸਾਨ ਆ, ਇਹਨੂੰ ਕਿਵੇਂ ਕੈਲਕੂਲੇਟ ਕਿਵੇਂ ਕਰਦੇ ਤੁਸੀਂ ਜੀ? ਕੈਲਕੂਲੇਟ ਇਸ ਤਰ੍ਹਾਂ ਸਾਹਿਬ, ਉਹ ਜਿਹੜੀ ਉਹਦੀ ਮਾਈਨ ਹੈ ਉਹਦੀ ਤਕਰੀਬਨ 7 ਮਿਲੀਅਨ ਟਨ ਕੋਲਾ ਜਿਹੜਾ ਹੈ ਉਹਦੀ ਐਨੂਅਲ ਕਪੈਸਿਟੀ ਹੈ, ਜੋ ਅਸੀਂ ਪਹਿਲੇ 7 ਮਿਲੀਅਨ ਟਨ ਤੱਕ ਕੱਢਦੇ ਸੀਗੇ, ਉਹ ਵਧਾਈ ਵੀ ਜਾ ਸਕਦੀ ਹੈ, ਪਰ ਚਲੋ 19 ਵੀ ਲਾਈਏ। ਉਹਦੀ ਜਿਹੜੀ ਕੈਲੋਰੀਫਿਕ ਵੈਲਿਊ ਜਿਹੜੀ ਜ਼ਿਆਦਾ ਹੈ, ਐਸ਼ ਕੰਟੈਂਟ ਘੱਟ ਹੈ, ਉਹਦੇ ਨਾਲ ਹਰ ਇੱਕ ਯੂਨਿਟ ਜਿਹੜੀ ਪ੍ਰੋਡਿਊਸ ਕਰੀਏ ਉਦੋਂ 15% ਕੋਲ ਇੰਡੀਆ ਲਿਮਟਿਡ ਦਾ ਜਿਹੜਾ ਕੋਲਾ ਜਿਹੜਾ ਹੁਣ ਵਰਤ ਰਹੇ ਹੈ, ਉਹਦੇ ਨਾਲ 15% ਉਹਦੇ ਵਿੱਚ ਸਸਤੀ ਬਿਜਲੀ ਪੈਦਾ ਹੋ ਜਾਂਦੀ ਹੈ। 40 ਤੋਂ 50 ਪੈਸੇ ਪਰ ਯੂਨਿਟ ਜਿਹੜੀ ਹੈ ਉਹ ਸਸਤੀ ਬਿਜਲੀ ਪੈਦਾ ਹੋਏਗੀ। ਸੋ ਉਹ ਜਿੰਨੀ 7 ਮਿਲੀਅਨ ਟਨ ਕੋਲਾ ਹੈ, ਉਹਨੂੰ ਜੇ ਆਪਾਂ ਕਰੀਏ ਵੀ ਇਹਨਾਂ ਕਿੰਨੀ ਬਿਜਲੀ ਬਣ ਸਕਦੀ ਹੈ ਅਤੇ ਉਹਦੇ ਨਾਲ ਕਿੰਨੀ ਸੇਵਿੰਗ ਹੋ ਸਕਦੀ ਹੈ, ਉਹ ਸਾਲਾਨਾ 1000 ਕਰੋੜ ਰੁਪਈਆ ਤੋਂ ਵੱਧ ਜਿਹੜੀ ਹੈ ਉਹ ਸਾਨੂੰ ਉਹਦੀ ਸੇਵਿੰਗ ਹੋ ਸਕਦੀ ਹੈ। ਸੋ ਹੋਰ ਉਹਦੇ ਬੈਨੀਫਿਟ ਅਲਾਈਡ ਜਿਹੜੇ ਬੈਨੀਫਿਟ ਲਾ ਕੇ 3-4 ਸਾਲ ਦੇ, ਉਹ ਮੈਂ 5000 ਕਰੋੜ ਰੁਪਈਆ ਕਹਿ ਰਿਹਾ। ਔਰ ਇਹ ਤਾਂ ਈਵਨ PSPCL ਦੀ ਜਿਹੜੀ ਇੰਟਰਨਲ ਇਹਨਾਂ ਨੇ ਅਸੈਸਮੈਂਟ ਕੀਤੀ ਹੈ, ਉਹ 'ਚ ਵੀ ਆ ਜਿਹੜਾ ਬੈਨੀਫਿਟ ਹੈ, ਤਾਂ ਇਹਨਾਂ ਨੂੰ ਪਤਾ ਹੀ ਹੈ ਵੀ ਆ ਇੰਨੇ ਬੈਨੀਫਿਟ ਜਿਹੜੇ ਹੈ ਉਹਦਾ ਨੁਕਸਾਨ ਹੋਇਆ ਸਾਨੂੰ ਜੀ। ਇਹਨੂੰ ਲਾਸ ਕਹਿ ਸਕਦੇ ਜਾਂ ਗਬਨ ਕਹਿ ਸਕਦੇ ਜੀ? ਨਹੀਂ, ਗਬਨ ਚਲੋ ਲਾਸ ਮੈਂ ਇਹਨੂੰ ਇਸ ਤਰ੍ਹਾਂ ਕਹਾਂਗਾ ਕਿ ਜਿਹੜੇ ਬੰਦੇ ਉੱਚੀ ਕੁਰਸੀਆਂ 'ਤੇ ਬੈਠੇ ਆ, ਉੱਚੇ ਅਹੁਦਿਆਂ 'ਤੇ ਬੈਠੇ ਆ, ਇਹ ਉਹਨਾਂ ਦੀ ਡਿਊਟੀ ਬਣਦੀ ਹੈ। ਅਹੁਦਾ ਹੀ ਤਾਂ ਹੀ ਵੱਡੀ ਕੁਰਸੀ ਕਿਉਂ ਮਿਲਦੀ ਹੈ ਕਿ ਵੱਡੀ ਸੋਚ ਰੱਖੋ, ਪੋਜ਼ੀਟਿਵ ਸੋਚ ਰੱਖੋ। ਜੇ ਆਪਾਂ ਛੋਟੀ ਛੋਟੀ ਗੱਲਾਂ 'ਚ ਪਏ ਰਵਾਂਗੇ, ਅਤੇ ਜੇ ਆਪਾਂ ਆਪਣੀ ਸਟੇਟ ਨੂੰ ਵੱਡੇ ਜਿਹੜੇ ਪਾਵਰ ਕ੍ਰਾਈਸਿਸ 'ਚੋਂ ਕੱਢਣ ਲਈ ਉਹੋ ਜਿਹੇ ਵੱਡੇ ਫੈਸਲੇ ਨਹੀਂ ਲਵਾਂਗੇ, ਅਤੇ ਜੋ ਰਿਜ਼ਲਟ ਹੋ ਰਿਹਾ ਆਪਣੇ ਸਾਹਮਣੇ ਹੈ ਜੀ। ਹੁਣ ਅਸੀਂ
ਕਦੇ ਦਿੱਲੀ ਦੇ ਚੱਕਰ ਕੱਟ ਰਹੇ ਆ, ਕਦੇ ਗਵਰਨਮੈਂਟ ਆਫ ਇੰਡੀਆ ਦੇ ਜੀ ਕੋਲ ਮੰਤਰੀ ਨੂੰ ਮਿਲ ਰਹੇ ਆ, ਕਦੇ ਪਾਵਰ ਮੰਤਰੀ ਨੂੰ ਮਿਲ ਰਹੇ ਆ ਜੀ, ਅਸੀਂ ਹੈ ਨਾ ਇੰਨੀ ਮਿੰਨਤਾਂ ਕਰ ਰਹੇ ਉਹਨਾਂ ਕੋਲ ਕੋਲੇ ਦੀ, ਬਿਜਲੀ ਦੀ। ਜੇ ਅਸੀਂ ਆਪਣੀ ਸਟੇਟ ਸੈਕਟਰ ਦੀ ਜਨਰੇਸ਼ਨ ਨੂੰ ਠੀਕ ਕੀਤਾ ਹੁੰਦਾ, ਆਪਣੀ ਮਾਈਨ ਦਾ ਕੋਲਾ ਕੀਤਾ ਹੁੰਦਾ, ਤੇ ਅੱਜ ਪੰਜਾਬ ਇੱਕ ਸਟੇਟ ਹੁੰਦੀ ਇਕੱਲੀ ਜਿਹੜੀ ਹੈ, ਉਹ ਇੱਥੇ ਪਾਵਰ ਕੱਟ ਨਹੀਂ ਸੀ ਲੱਗਣੇ। ਨੰਬਰ 1। ਨੰਬਰ 2 ਜਿਹੜੀ ਵੱਡੀ ਗੱਲ ਹੋਰ ਮੈਂ ਤੁਹਾਨੂੰ ਇੱਕ ਐਂਗਲ ਦੱਸਦਾ। ਮੈਂ ਤੁਹਾਨੂੰ ਕਿਹਾ ਵੀ ਅਪ੍ਰੈਲ ਮਹੀਨੇ 'ਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਬਿਜਲੀ 10 ਰੁਪਏ ਤੋਂ ਉੱਤੇ ਅਸੀਂ ਖਰੀਦੀ। ਜੇ ਪਛਵਾੜਾ ਦਾ ਕੋਲਾ ਹੁੰਦਾ ਸਾਡੇ ਕੋਲ ਤੇ ਅਸੀਂ ਬਾਇਰ ਸਟੇਟ ਨਹੀਂ, ਅਸੀਂ ਸੈਲਰ ਸਟੇਟ ਹੋਣਾ ਸੀਗਾ, ਕਿਉਂਕਿ ਬਿਜਲੀ ਦੀ ਸ਼ਾਰਟੇਜ ਹੈ ਇਸ ਵੇਲੇ। ਬਿਜਲੀ ਜਿਹਦੇ ਕੋਲ ਹੈਗੀ ਹੈ, ਜੇ ਉਹਨੇ ਵੇਚਣੀ ਹੈ ਤੇ ਇਟ ਇਜ਼ ਏ ਸੈਲਰ ਮਾਰਕੀਟ, ਤੇ ਉਹ ਅਸੀਂ 10-12 ਰੁਪਏ ਤੇ ਰੇਟ ਤੇ ਬਿਜਲੀ ਮਾਰਕੀਟ 'ਚ ਵੇਚ ਸਕਦੇ ਸੀਗੇ, 4 ਪੈਸੇ ਕਮਾ ਸਕਦੇ ਸੀਗੇ। ਇਹ ਸਾਰੀਆਂ ਚੀਜ਼ਾਂ ਜੇ ਉਸ ਟਾਈਮ ਡਿਸੀਜਨ ਮੇਕਿੰਗ ਅੱਛੇ ਜਿਹੜੇ ਦੂਰ ਅੰਦਾਜ਼ੀ ਉਸ ਵੇਲੇ ਕੁਰਸੀਆਂ ਤੇ ਬੈਠੇ ਹੁੰਦੇ ਇੰਜੀਨੀਅਰ, ਤੇ ਇਹ ਪੰਜਾਬ ਸਟੇਟ ਨੂੰ ਆਹ ਦਿਨ ਨਾ ਦੇਖਣੇ ਪੈਂਦੇ ਜੀ। ਦੱਸੋ, ਜਿਹੜੀ ਕੰਪਨੀ 2005 ਤੋਂ ਲੈ ਕੇ 2015 ਤੱਕ ਉਹ ਕੋਲਾ ਕੱਢ ਕੇ ਪੰਜਾਬ ਸਰਕਾਰ ਨੂੰ ਦਿੰਦੀ ਰਹੀ, ਉਹਨੂੰ ਕਿਉਂ ਮਨਾ ਕਰ ਦਿੱਤਾ ਗਿਆ? ਫਿਰ ਨਵੀਂ ਕੰਪਨੀ ਦੇ ਫੇਵਰ 'ਚ ਬਿਜਲੀ ਬੋਰਡ ਜਾਂ ਉਸ ਸਮੇਂ ਕੈਪਟਨ ਸਰਕਾਰ ਕਿਉਂ ਗਈ ਹੈ? ਦੇਖੋ, ਇਹਦਾ ਜਵਾਬ ਤਾਂ ਜਿਨ੍ਹਾਂ ਨੇ ਉਦੋਂ ਕੀਤਾ ਉਹ ਹੀ ਦੱਸ ਸਕਦੇ ਆ, ਪਰ ਜਦ ਹਾਈ ਕੋਰਟ ਨੇ ਕਹਿ ਦਿੱਤਾ ਤੇ ਉਹ ਕੰਪਨੀ ਉਸ ਜਿਹੜੇ ਆਪਣੇ ਪੁਰਾਣੇ ਉਹਦੇ ਰੇਟ ਸੀਗੇ, ਜੋ ਮੈਨੂੰ ਯਾਦ ਹੈ ਤਕਰੀਬਨ 1200 ਰੁਪਈਆ ਪਰ ਟਨ ਖੁਦਾਈ ਦਾ ਚਾਰਜ ਸੀ। ਸੋ ਉਹਨੇ ਮੇਰੇ ਖਿਆਲ 840 ਰੁਪਏ ਤੇ ਮੰਨ ਗਿਆ ਸੀਗਾ ਵੀ ਜੋ ਨਵੀਂ ਕੰਪਨੀ ਦੇ ਰੇਟ ਤੇ ਮੈਂ ਕਰ ਨੂੰ। ਹਾਈ ਕੋਰਟ ਨੇ ਤੁਹਾਨੂੰ ਕਹਿ ਦਿੱਤਾ, ਉਹਦੇ ਨਾਲ ਕੋਈ ਹੋਰ ਆਰਬਿਟ੍ਰੇਸ਼ਨ ਵਗੈਰਾ ਕੋਈ ਕੋਰਟ ਕੇਸ ਚੱਲਦੇ ਸੀਗੇ, ਉਹ ਤਾਂ ਹੁਣ ਐਮੀਕੇਬਲੀ ਕੋਈ ਸੈਟਲ ਕਰੋ, ਹੈ ਨਾ। ਮੈਂ ਐਗਜ਼ਾਮਪਲ ਦਿੰਦਾ ਤੁਹਾਨੂੰ ਜੀ, ਹਰਿਆਣੇ 'ਚ ਪਾਵਰ ਕ੍ਰਾਈਸਿਸ ਹੋ ਗਿਆ। ਅੱਜ ਵੀ ਤੁਸੀਂ ਪੜ੍ਹਿਆ ਹੋਣਾ ਕਿ ਅਡਾਨੀ ਪਾਵਰ ਨਾਲ ਉਹਨਾਂ ਨੇ ਫੈਸਲਾ ਕਰ ਲਿਆ ਸੀਐਮ ਹਰਿਆਣਾ ਲੈਵਲ ਤੇ ਕਿ ਜੀ ਤੂੰ ਚੱਲ ਇੰਪੋਰਟਡ ਕੋਲ ਵਾਲਾ ਛੱਡ ਦੇ, ਮਹਿੰਗੀ ਬਿਜਲੀ ਐਟਲੀਸਟ ਉਹਦੇ 1400 ਮੈਗਾਵਾਟ ਦੇਣੀ ਸੀ, ਤੂੰ ਸਾਨੂੰ 1000 ਮੈਗਾਵਾਟ ਜਿਹੜਾ ਡੋਮੈਸਟਿਕ ਕੋਲ ਹੈ ਉਹਦੇ ਨਾਲ ਜਿਹੜੀ 2 ਰੁਪਏ 94 ਪੈਸੇ ਦੀ ਬਿਜਲੀ ਉਹ ਤਾਂ ਦੇ, ਸਾਨੂੰ ਕ੍ਰਾਈਸਿਸ 'ਚੋਂ ਤਾਂ ਕੱਢ। ਸੋ ਕੁਛ ਨਾ ਕੁਛ ਤਾਂ ਤੁਹਾਨੂੰ ਮਤਲਬ ਉਹ ਕੰਪਨੀ ਨਾ ਜਾਂ ਕੋਈ ਨਾ ਕੋਈ ਤਾਂ ਵਾਇਆ ਮੀਡੀਆ ਤਾਂ ਕੱਢਣਾ ਪਏਗਾ। ਜੇ ਤੁਸੀਂ ਇੰਨੇ ਹਾਰਡ ਐਟੀਟਿਊਡ ਐਵੇਂ ਛੋਟੀ ਜਿਹੀ ਨੈਗੇਟਿਵ ਸੋਚ ਕਾਰਨ ਉਹ ਛੋਟੀ ਗੱਲ ਨੂੰ ਰਿਜ਼ੋਲਵ ਨਹੀਂ ਕਰੋਗੇ ਤਾਂ ਫਿਰ ਆਹ ਦਿਨ ਦੇਖਣੇ ਪੈਣਗੇ ਜੀ। ਹਾਂ, ਜਿਹੜੀ ਨਵੀਂ ਕੰਪਨੀ ਆ ਉਹਦੇ ਕੋਲ ਤੁਹਾਨੂੰ ਲੱਗਦਾ ਐਕਸਪੀਰੀਅੰਸ ਹੈਗਾ ਕੋਲਾ ਕੱਢਣ ਦਾ ਜੀ? ਦੇਖੋ ਭੁੱਲਰ ਸਾਹਿਬ, ਉਹ ਜਿਹੜੀ ਨਵੀਂ ਕੰਪਨੀ ਹੈ ਦਲੀਪ ਬਿਲਡਕੌਨ ਲਿਮਟਿਡ, ਉਸ ਕੋਲ ਕੋਲ ਮਾਈਨਿੰਗ ਦਾ ਕੋਈ ਐਕਸਪੀਰੀਅੰਸ ਨਹੀਂ ਹੈ। ਇਟ ਇਜ਼ ਅ ਰੋਡ ਕੰਸਟਰਕਸ਼ਨ ਕੰਪਨੀ। ਉਹ ਕੋਲ ਮਾਈਨਿੰਗ ਫਸਟ ਟਾਈਮ ਕਰ ਰਹੇ ਹੈ। ਉਹ ਫਸਟ ਟਾਈਮ ਹੁਣ ਉਹ ਕਿੰਨਾ ਕੁ ਕਰਨਗੇ, ਕੀ ਉਹ ਕਿੰਨਾ ਕੁ ਕੋਲਾ ਕੱਢ ਪਾਉਣਗੇ, ਪਲੱਸ ਉਹ ਕੋਲਾ ਵਰਤਾਂਗੇ ਕਿੱਥੇ, ਇਹ ਵੀ ਇੱਕ ਸਵਾਲ ਹੈ। ਪ੍ਰਾਈਵੇਟ ਕੰਪਨੀਆਂ ਨੂੰ ਤਾਂ ਦੇ ਨਹੀਂ ਸਕਦੇ। ਸਰਕਾਰੀ ਪਲਾਂਟ ਜਿਹੜੇ ਸਾਡੇ ਵੈਸੇ ਨਹੀਂ ਚੱਲਦੇ, ਉਹਨਾਂ ਦਾ ਪਲਾਂਟ ਲੋਡ ਫੈਕਟਰ ਇੰਨਾ ਘਟ ਗਿਆ। ਸੋ ਇਹ ਕਹਿ ਰਿਹਾ ਵੀ ਪਛਵਾੜਾ ਦਾ ਕੋਲਾ ਲਿਆਉਣਾ ਕਿੱਥੇ ਵਰਤਣਾ, ਇਹ ਵੀ ਇੱਕ ਵੱਡਾ ਸਵਾਲ ਹੈ। ਹੋ ਜਾਏਗਾ ਜੀ ਜੇ ਜਿਹੜੀ ਪੰਜਾਬ ਸਰਕਾਰ ਨੂੰ ਜਿਹੜੀ ਖੱਡ ਅਲਾਟ ਹੋਈ ਆ ਉਹ ਪ੍ਰਾਈਵੇਟ ਵਾਲੇ ਨਹੀਂ ਵਰਤ ਸਕਦੇ, ਪ੍ਰਾਈਵੇਟ ਵਾਲਿਆਂ ਨੂੰ ਮੁੱਲ ਤੇ ਕੋਲਾ ਦਿੱਤਾ ਹੀ ਜਾ ਸਕਦਾ ਕਿ ਨਹੀਂ ਦਿੱਤਾ ਜਾ ਸਕਦਾ? ਜਿਹੜੀ ਉਸ ਕੋਲੇ ਦੀ ਕੈਪਟਿਵ ਮਾਈਨ ਜਿਹੜੀ ਸਾਨੂੰ ਅਲਾਟ ਹੋਈ ਸੀ, ਗੌਰਮੈਂਟ ਆਫ ਇੰਡੀਆ ਦੀ ਨੋਟੀਫਿਕੇਸ਼ਨ ਹੈ ਕਿ ਉਹ ਕੋਲਾ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਜਿਹੜਾ ਆਪਣੇ ਸਟੇਟ ਸੈਕਟਰ ਪਲਾਂਟ ਤੇ ਵਰਤਿਆ ਜਾ ਸਕਦਾ ਹੈ। ਪ੍ਰਾਈਵੇਟ ਪਲਾਂਟ ਤੇ ਵੀ ਹੁਣ ਕੋਈ ਅਮੈਂਡਮੈਂਟ ਹੋਈ ਹੈ, ਉਹ ਬੜੀ ਕੰਪਲੀਕੇਟਡ ਜੀ ਅਮੈਂਡਮੈਂਟ ਹੈ। ਜੇ ਉਹਨੂੰ ਸੇਲ ਕਰਨਾ ਉਹਦੀ ਰਾਇਲਟੀ ਵੀ 14% ਐਕਸਟਰਾ ਜਾਏਗੀ। ਸੋ ਉਹਦੇ ਆਪਣੇ ਬੜੇ ਉਹਦੇ ਚੀਜ਼ਾਂ ਹੋਰ ਬੜੇ ਉਹਦੇ ਨੁਕਸਾਨ ਨੇ। ਸੋ ਸਟੇਟ ਸੈਕਟਰ ਜਨਰੇਸ਼ਨ 'ਚ ਵਾਧਾ ਕਰਕੇ ਆਪਣੀ ਮਾਈਨ ਦਾ ਕੋਲਾ ਵਰਤ ਕੇ ਇਹ ਚੀਜ਼ਾਂ ਜੋ ਪਿਛਲੇ 8-10 ਸਾਲ 'ਚ ਅਸੀਂ ਨਹੀਂ ਕਰ ਪਾਏ, ਇਹ ਕਰਨਾ ਚਾਹੀਦਾ। ਤਾਂ ਹੀ ਅਸੀਂ ਪੰਜਾਬ ਸਟੇਟ 'ਚ ਲੋਕਾਂ ਨੂੰ ਪੂਰੀ ਬਿਜਲੀ ਦੇ ਪਾਵਾਂਗੇ। ਹੁਣ ਤਾਂ ਅਸੀਂ ਪ੍ਰਾਈਵੇਟ ਸੈਕਟਰ 'ਤੇ ਨਿਰਭਰ ਹੋ ਗਏ ਜੀ, ਵੀ ਪ੍ਰਾਈਵੇਟ ਸੈਕਟਰ ਵਾਲਾ ਬਿਜਲੀ ਬਣਾਏਗਾ ਤਾਂ ਅਸੀਂ ਲੋਕਾਂ ਨੂੰ ਦੇਵਾਂਗੇ। ਆਪਣੀ ਤਾਂ ਜਨਰੇਸ਼ਨ ਜਿਹੜੀ ਹੈ, ਸਾਡੀ ਸਟੇਟ ਸੈਕਟਰ ਦੀ ਜਨਰੇਸ਼ਨ 2010 'ਚ ਸਾਡੀ ਟੋਟਲ ਐਨਰਜੀ ਦੀ 48% ਹਿੱਸੇਦਾਰੀ ਸੀਗੀ ਜੀ, ਅੱਜ ਸਿਰਫ 3% ਰਹਿ ਗਈ ਹਿੱਸੇਦਾਰੀ। ਔਰ ਇਹ ਪੂਰੇ ਦੇਸ਼ ਵਿੱਚ ਸਭ ਤੋਂ ਲੋਐਸਟ ਹੈ ਪੰਜਾਬ ਵਿੱਚ। ਕਿਉਂਕਿ ਸਮੇਂ ਸਿਰ ਅਸੀਂ ਇੰਨੀ ਪ੍ਰਾਈਵੇਟਾਈਜੇਸ਼ਨ ਕੀਤੀ, ਦੂਜਾ ਅਸੀਂ ਸਟੇਟ ਸੈਕਟਰ ਨੂੰ ਉਭਾਰਿਆ ਹੀ ਨਹੀਂ। ਸੋ ਇਹ ਹੱਲ ਜਿਹੜੇ ਕਿਹਨੇ ਕੱਢਣੇ ਆ, ਇੱਕ ਹੱਲ ਜਿਹੜੇ ਹੈ ਮੁੱਢਲੀ ਜ਼ਿੰਮੇਵਾਰੀ PSPCL ਦੀ ਮੈਨੇਜਮੈਂਟ ਦੀ ਹੈ, ਤੇ ਸਟੇਟ ਗੌਰਮੈਂਟ ਨੂੰ ਵੀ ਆਪਾਂ ਉਹਦੇ ਕੌਨਫੀਡੈਂਸ 'ਚ ਲਈਏ ਕਿ ਆਪਾਂ ਲੋਕਾਂ ਨੂੰ ਪੂਰੀ ਬਿਜਲੀ ਦੇਣੀ, ਉਹਨਾਂ ਨੂੰ ਸਸਤੀ ਬਿਜਲੀ ਦੇਣੀ ਹੈ। ਇਹ ਸਟੇਟ ਦੀ ਜ਼ਿੰਮੇਵਾਰੀ ਹੈ, PSPCL ਦੀ ਜ਼ਿੰਮੇਵਾਰੀ ਹੈ। ਜਿਹੜੀ ਕੰਪਨੀ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ, ਉਹ ਇਹ ਰੋਡ ਕੰਸਟਰਕਸ਼ਨ ਦਾ ਕੰਮ ਕਰਦੀ, ਇਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਸੋਚੇ ਨੇਗੇ ਜਾਂ ਉਸ ਸਮੇਂ, ਕਿਉਂਕਿ ਬਿਜਲੀ ਮੰਤਰੀ ਵੀ ਖੁਦ ਕੈਪਟਨ ਅਮਰਿੰਦਰ ਸਿੰਘ ਸੀ, ਜਾਂ ਲੀਗਲੀ ਕਿਸੇ ਨੇ ਸੋਚੇ ਨਹੀਂ ਹੈਗਾ ਕਿ ਜਿਸ ਬੰਦੇ ਨੂੰ ਤਜਰਬਾ ਨਹੀਂ ਹੈਗਾ ਅਸੀਂ ਉਹਨੂੰ ਖੱਡ ਅਲਾਟ ਕਰ ਰਹੇ ਹਾਂ ਜੀ?
ਹਾਂ, ਇਹੀ ਸਵਾਲ ਮੈਂ ਕਹਿ ਰਿਹਾ ਵੀ ਇਹ ਤੁਸੀਂ ਜਦ ਹਾਈ ਕੋਰਟ ਦਾ ਤੁਹਾਨੂੰ ਰਾਈਟ ਆਫ ਰਿਫਿਊਜ਼ਲ ਆਇਆ ਸੀਗਾ, ਇੱਕ ਕੰਪਨੀ ਹੈ ਜਿਹੜੀ ਐਕਸਪੀਰੀਅੰਸਡ ਕੰਪਨੀ ਹੈ, ਉਹਦਾ ਸਾਰਾ ਉੱਥੇ ਸਾਜੋ ਸਮਾਨ, ਇਨਫਰਾਸਟ੍ਰਕਚਰ, ਲੇਬਰ ਸਾਰਾ ਕੁਝ ਸੀਗਾ, ਤੇ ਇੱਕ ਤੁਸੀਂ ਨਵੀਂ ਕੰਪਨੀ ਵਿੱਚ ਲਾਏ, ਇਸੇ ਕਾਰਨ ਤਾਂ ਪ੍ਰੋਬਲਮਾਂ ਹੋਈਆਂ ਜੀ। ਇਹ ਬਿਲਕੁਲ ਜੀ। ਹਾਂ, ਅੱਛਾ, ਹੁਣ ਅਸੀਂ ਬਾਹਰੋਂ ਵੀ ਕੋਲਾ ਖਰੀਦ ਰਹੇ ਜਾਂ ਇੰਪੋਰਟਡ ਵੀ ਖਰੀਦ ਰਹੇ ਜਾਂ ਕੋਲ ਇੰਡੀਆ ਕੋ ਖਰੀਦ ਰਹੇ ਹੈਗੇ ਜੀ? ਉਹ ਸਾਨੂੰ ਸਸਤਾ ਪੈ ਰਿਹਾ ਜਾਂ ਮਹਿੰਗਾ ਪੈ ਰਿਹਾ? ਨਹੀਂ, ਕੋਲਾ ਜਿਹੜਾ ਅਸੀਂ ਆਪਣੇ ਪਲਾਂਟ ਨੇ ਸਟੇਟ ਸੈਕਟਰ ਦੇ, ਉੱਥੇ ਕੋਲ ਇੰਡੀਆ ਲਿਮਟਿਡ ਦਾ ਕੋਲਾ ਆ ਰਿਹਾ। ਬਾਕੀ ਜਿਹੜਾ ਰਾਜਪੁਰਾ ਹੈ ਉਹ ਵੀ ਕੋਲ ਇੰਡੀਆ ਲਿਮਟਿਡ ਦਾ, ਉਹਦੀਆਂ ਮਾਈਨ ਅਲੋਟਡ ਹੈ, ਸਦਰਨ ਕੋਲ ਫੀਲਡ ਹੈ ਨਾ। ਜਿਹੜਾ ਤਲਵੰਡੀ ਸਾਬੋ ਹੈ ਉਹਨੂੰ ਕੋਈ ਮਹਾਨਦੀ ਕੋਲ ਫੀਲਡ, ਉੱਥੋਂ ਕੋਲ ਆਉਂਦਾ ਹੈ। GVK ਜਿਹੜਾ ਪਲਾਂਟ ਹੈ ਉਹਦੀ ਤਾਂ ਇੱਕ ਯੂਨਿਟ ਕਦੋਂ ਤੋਂ ਬੰਦ ਆ, ਉਹਦੇ ਕੋਲ ਕੋਲਾ ਨਹੀਂ ਹੈਗਾ, ਹੈ ਨਾ ਜੀ। ਸੋ ਕੋਲੇ ਦੀ ਤਾਂ ਪ੍ਰੋਬਲਮ ਹੈ ਕਿ ਹੁਣ ਆ ਪਿਛਲੇ 15-20 ਦਿਨ ਸਟੇਟ ਸੈਕਟਰ ਦੇ ਪਲਾਂਟ ਯੂਨਿਟਾਂ ਚੱਲੀਆਂ। ਅੱਜ ਮੈਂ ਦੇਖ ਰਿਹਾ ਸੀ ਕੋਲ ਸਟਾਕ ਪੋਜੀਸ਼ਨ, ਉਹਨਾਂ ਦੀ 4-5 ਦਿਨ ਦਾ ਕੋਲਾ ਰਹਿ ਗਿਆ ਜੀ। ਸੋ ਕੋਲੇ ਦੀ ਪੋਜੀਸ਼ਨ ਤਾਂ ਬਹੁਤ ਕ੍ਰਿਟੀਕਲ ਹੈ ਪੰਜਾਬ ਵਿੱਚ ਜੀ। ਜਿਸ ਤਰ੍ਹਾਂ ਕਿ ਬਲਦੇਵ ਸਿੰਘ ਸਰਾਹ ਉਹਨੇ ਖੁਦ ਇੰਜੀਨੀਅਰ ਜਨਰੇਸ਼ਨ 'ਚੋਂ ਆਏ ਹੋਏ ਨੇ, ਅਤੇ ਜਿਹੜੀ ਨਵੀਂ ਕੰਪਨੀ, ਜਿਹੜੀ ਬਿਲਡਰ ਕੰਪਨੀ ਨੂੰ ਅਲਾਟਮੈਂਟ ਕਰਵਾਈ ਸਰਕਾਰ ਨੇ ਰਲ ਮਿਲ ਕੇ, ਉਹਨੂੰ ਕੋਈ ਰਿਮਾਈਂਡਰ ਨਹੀਂ ਭੇਜੇ ਜਾ ਰਹੇ ਕਿ ਤੁਸੀਂ ਕੱਢੋ ਯਾਰ, ਕੋਲਾ ਕਿਉਂ ਨਹੀਂ ਕੱਢ ਰਹੇ ਹੈਗੇ? ਕਿ ਜਾਂ ਉਹ ਬੰਦੇ, ਉਹਨਾਂ ਜੋ ਸਾਜੋ ਸਮਾਨ ਆਪਣਾ ਫਿੱਟ ਨਹੀਂ ਕੀਤਾ, ਜਾਂ ਉਹਨਾਂ ਕੋਲ ਬੰਦੇ ਨਹੀਂ ਹੈਗੇ ਐਕਸਪਰਟ? ਮੈਂ ਇਹਦੇ ਬਾਰੇ ਕਹਾਂਗਾ, ਤੁਸੀਂ ਸਾਡੇ CMD ਸਾਹਿਬ ਦਾ ਨਾਂ ਲਿਆ, ਉਹ ਇਹ ਕਹਿਣਗੇ ਕਿ ਦੇਖੋ ਜੀ ਪਿਛਲੇ 3-4 ਮਹੀਨੇ 'ਚ ਮੈਂ ਖੁਦ ਜਿਹੜਾ ਉੱਥੇ ਡੇਰਾ ਲਾਇਆ, ਝਾਰਖੰਡ ਜਾ ਕੇ ਰਿਹਾ, ਅਤੇ ਮੈਂ ਉਸ ਨਵੀਂ ਕੰਪਨੀ ਤੋਂ ਕੰਮ ਸਟਾਰਟ ਕਰਕੇ ਅਤੇ ਮੈਂ ਇਸ ਪੋਜੀਸ਼ਨ 'ਚ ਲੈ ਆਂਦਾ ਵੀ ਜੂਨ-ਜੁਲਾਈ 'ਚ ਮਾਈਨਿੰਗ ਸ਼ੁਰੂ ਕਰਾਏਗਾ। ਸਾਡੇ ਜਿਹੜੇ ਸੈਕਟਰੀ ਪਾਵਰ ਸੀਗੇ ਉਹ ਵੀ 2-3 ਵਾਰੀ ਗਏ, ਅਤੇ ਮੈਂ ਦੇਖੋ ਕਿੰਨੀ ਹਿੰਮਤ ਕੀਤੀ। ਮੇਰਾ ਸਵਾਲ ਇਹ ਹੈ ਕਿ ਇਹ ਹਿੰਮਤ ਨਹੀਂ ਕੀਤੀ ਹੈ ਤੁਹਾਡੀ ਆਪਣੀ ਜਿਹੜੀ ਹੈ ਉਹ ਬੈਡ ਮੈਨੇਜਮੈਂਟ ਹੈ। ਜੇ ਤੁਸੀਂ 3 ਸਾਲ ਪਹਿਲੇ 4 ਸਾਲ ਪਹਿਲੇ ਡਿਸੀਜਨ ਠੀਕ ਲਿਆ ਹੁੰਦਾ ਤੇ ਪੰਜਾਬ ਸਟੇਟ ਨੂੰ ਆ ਨਾ ਦਿਨ ਦੇਖਣੇ ਪੈਂਦੇ ਕਿ ਸਾਨੂੰ ਕਦੇ ਨਵੀਂ ਕੰਪਨੀ ਹੈ ਉਹਦੀ ਮਿੰਨਤਾਂ ਕਰਨੀਆਂ ਪੈਂਦੀਆਂ, ਕਦੇ ਸਾਨੂੰ ਸਾਰੇ ਅਫਸਰ ਜਿਹੜੇ ਆ 2-2 ਮਹੀਨੇ ਹੋ ਗਏ ਉੱਥੇ ਝਾਰਖੰਡ 'ਚ ਜਾ ਕੇ ਕੈਂਪ ਆਫਿਸ ਉੱਥੇ ਖੋਲ੍ਹਿਆ ਹੋਇਆ, ਅਤੇ ਇੱਧਰ ਪਾਵਰ ਕ੍ਰਾਈਸਿਸ ਹੋ ਗਿਆ, ਪੰਜਾਬ 'ਚ ਅੱਗ ਲੱਗੀ ਹੋਈ ਹੈ। ਇਹ ਸਾਰੀਆਂ ਮੈਨੇਜਮੈਂਟ ਦੇ ਕਾਰਨ ਹੈ। ਸੋ ਮਤਲਬ ਇਹਨੂੰ ਵਿਊ ਕਿੱਦਾਂ ਕਰੀਏ ਵੀ ਤੁਸੀਂ ਉਸ ਟਾਈਮ ਸਹੀ ਫੈਸਲੇ, ਦੂਰਅੰਦਾਜ਼ੀ ਫੈਸਲੇ ਲਏ ਹੁੰਦੇ ਤਾਂ ਪੰਜਾਬ 'ਚ ਆਹ ਦਿਨ ਨਹੀਂ ਆਉਣੇ ਸੀਗੇ ਜੀ। ਕਿਉਂਕਿ ਤੁਹਾਡੀ ਆਪਣਾ ਇੱਕ ਰਿਫਾਰਮਸ ਫੋਰਮ ਆ, ਇਸ 'ਤੇ ਕੋਈ ਮਹਿਸੂਸ ਕੀਤਾ ਹੋਊਗਾ ਕਿ ਜਿਹੜੀ ਕੰਪਨੀ ਜਿਹਨੂੰ ਲੈਣਾ ਦੇਣਾ ਨਹੀਂ ਹੈਗਾ ਖੱਡ ਦਾ, ਉਹਨੂੰ ਬਿਜਲੀ ਕੋਲਾ ਕੱਢਣਾ ਨਹੀਂ ਆਉਂਦਾ ਹੈਗਾ, ਕਿਤੇ ਨਾ ਕਿਤੇ ਮੰਨਦੇ ਹੋਏਗੇ, ਚਰਚਾ ਦਿੰਦੇ ਕਿ ਫੇਵਰ ਕੀਤੀ ਗਈ ਹੈ ਚਾਹੇ ਕਾਰਪੋਰੇਸ਼ਨ ਵੱਲੋਂ ਚਾਹੇ ਸਰਕਾਰ ਵੱਲੋਂ ਜੀ? ਦੇਖੋ, ਮੈਂ ਉਹ ਹੁਣ ਇਸ ਤਰ੍ਹਾਂ ਹੈ, ਮੈਂ ਨਾ ਇੱਕ ਮਤਲਬ ਪਬਲਿਕ ਤੁਹਾਡੀ ਚੈਨਲ 'ਤੇ ਜਾਂ ਮੈਨੂੰ ਜਿਹੜੀ ਚੀਜ਼ ਦਾ ਮੇਰੇ ਕੋਲ ਕੋਈ ਸੋਲਿਡ ਐਵੀਡੈਂਸ ਨਾ ਹੋਵੇ ਅਤੇ ਮੈਂ ਉਹਦੇ ਬਾਰੇ ਤਾਂ ਨਹੀਂ ਕਹਿ ਸਕਦਾ ਵੀ ਹੈ ਨਾ ਕਿਉਂ ਕੀਤਾ। ਪਰ ਇੱਕ ਜ਼ਰੂਰ ਹੈ ਕਿ ਮੈਂ ਸ਼ਾਰਟ ਸਾਈਟਡਨੈਸ ਔਰ ਪੰਜਾਬ ਦੇ ਹਿੱਤ ਜਿਹੜੇ ਆ ਉਹ ਮੁੱਖ ਨਹੀਂ ਰੱਖੇ, ਆਪਣੀ ਐਵੇਂ ਉਹ ਕੁਰਸੀ ਨੂੰ ਸੇਵ ਕਰਨਾ, ਜਿਹੜੀ ਹੈ ਅੱਛੀ ਡਿਸੀਜਨ ਮੇਕਿੰਗ ਨਹੀਂ ਲੈਣੀ, ਬੋਲਡ ਡਿਸੀਜਨ ਨਹੀਂ ਲੈਣੀ, ਇਹ ਤਾਂ ਚੀਜ਼ਾਂ ਸਾਫ਼ ਝਲਕ ਰਹੀਆਂ ਨੇ। ਹੁਣ ਚਲੋ ਉਹ ਕਿਉਂ ਕੀਤਾ, ਕੀ ਕੀਤਾ, ਉਹਦੀ ਆਪਣੀ ਕੋਈ ਕਾਰਨ ਹੋ ਸਕਦੇ ਨੇ, ਹੈ ਨਾ, ਅਤੇ ਉਹਦੇ ਬਾਰੇ ਤਾਂ ਕੋਈ ਇਨਕੁਆਇਰੀ ਹੀ ਦੱਸ ਸਕਦੀ ਹੈ। ਪਰ ਇਹ ਜ਼ਰੂਰ ਹੈ ਕਿ ਅਸੀਂ ਨਾ ਤਾਂ ਸਟੇਟ ਸੈਕਟਰ ਜਨਰੇਸ਼ਨ ਨੂੰ ਸਾਂਭਿਆ, ਨਾ ਸਾਡੇ ਜਿਹੜੇ ਹੈ ਸਰਕਾਰੀ ਪਲਾਂਟ ਚਲਾ ਪਾਏ, ਨਾ ਅਸੀਂ ਕੋਲਾ ਚਲਾ ਪਾਏ, ਨਾ ਅਸੀਂ ਕੋਈ ਬਿਜਲੀ ਚੋਰੀ 'ਤੇ ਜਿਹੜੇ ਆ ਇਫੈਕਟਿਵ ਸਟੈਪ ਲੈ ਰਹੇ ਹਾਂ, ਅਤੇ ਫਾਈਨੈਂਸਿਸ ਜਿਹੜੇ ਸਾਡੇ ਵਿੱਤੀ ਹਾਲਾਤ ਨੇ ਉਹ ਦਿਨੋਂ ਦਿਨ ਬੁਰੇ ਹੋ ਰਹੇ ਆ। ਸਟਾਫ ਸਾਡੇ ਕੋਲ ਹੈ ਨਹੀਂ, ਸਾਡੇ ਫੀਲਡ ਦਾ ਬੁਰਾ ਹਾਲ ਹੈ। ਸੋ ਇਹ ਸਾਰੇ ਹਾਲਾਤ ਜਿਹੜੇ ਨਾ ਕੋਈ ਅੱਛੇ ਨਹੀਂ ਹੈ ਜੀ। ਕੋਈ ਇਹ 'ਤੇ ਆਪਾਂ ਇਹ ਹਾਲਾਤਾਂ ਨੂੰ ਦੇਖ ਕੇ ਅਸੀਂ ਕਹਿ ਨਹੀਂ ਸਕਦੇ ਵੀ ਸਾਡੀ ਜਿਹੜੀ ਹੈ PSPCL ਦੀ ਜਿਹੜੀ ਬਾਗਡੋਰ ਹੈ ਨਾ ਉਹ ਕਿਸੇ ਸੂਝਵਾਨ ਜਿਹੜੀ ਮੈਨੇਜਮੈਂਟ ਕੋਲ ਹੈ, ਇਹ ਕਿਹਾ ਨਹੀਂ ਜਾ ਸਕਦਾ ਜੀ। ਅੱਛਾ, ਹੁਣ ਫੋਰਮ ਕੀ ਸੋਚਦੀ, ਕੀ ਹੱਲ ਕੀ ਹੈਗਾ ਜੀ? ਅਸੀਂ ਹੱਲ ਜਿਹੜੀ ਦੇਖੋ ਜੀ ਭੁੱਲਰ ਸਾਹਿਬ, ਇੱਦਾਂ ਹੈ, ਹੱਲ ਜਿਹੜਾ ਹੈ ਨਾ ਉਹ ਕੰਮ ਕਰਕੇ ਹੋਣਾ, ਗੱਲਾਂ ਕਰਕੇ ਨਹੀਂ ਹੋਣਾ, ਨਾ ਪੋਲੀਟਿਕਸ ਕਰਕੇ ਹੋਣਾ। ਇੱਕ ਗੱਲ ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ, ਪੰਜਾਬ ਦੀਆਂ ਸਾਰੀਆਂ ਪਾਰਟੀਆਂ ਲਈ ਕਹਿ ਰਿਹਾ ਜੀ ਕਿ ਜੇ ਬਿਜਲੀ ਪੂਰੀ ਕਰਨੀ ਹੈ ਅਤੇ ਇਹ ਬਿਜਲੀ ਤੇ ਪੋਲੀਟਿਕਸ ਕਰਕੇ ਜਿਹੜੀ ਹੈ ਨਾ ਬਿਜਲੀ ਪੂਰੀ ਨਹੀਂ ਹੋਣੀ। ਅਤੇ ਮੈਨੇਜਮੈਂਟ ਨੂੰ ਵੀ ਕਹਿ ਰਹੇ ਹਾਂ ਵੀ ਪੋਲੀਟਿਕਸ ਕਰਕੇ ਨਹੀਂ ਬਿਜਲੀ ਪੂਰੀ ਹੋਣੀ, ਬਿਜਲੀ ਪੂਰੀ ਹੋਣੀ ਹੈ ਕੰਮ ਕਰਕੇ। ਕੰਮ ਕਿਸ ਤਰ੍ਹਾਂ, ਮੈਂ ਕਿੱਦਾਂ ਕਹਿਣਾ ਜੀ, 2009-10 'ਚ ਜਦੋਂ ਲਹਿਰਾ ਮੁਹੱਬਤ ਸਟੇਜ ਉਹਦੀ 4ਥੀ ਯੂਨਿਟ ਜਿਹੜੀ ਆ ਉਹਨੇ ਬਿਜਲੀ ਪੈਦਾ ਕਰਨੀ ਸ਼ੁਰੂ ਕਰਤੀ, ਉਹ ਤੋਂ ਬਾਅਦ ਅਸੀਂ ਪੰਜਾਬ ਵਿੱਚ ਬਿਜਲੀ ਦੇ ਪਲਾਂਟ ਲਾਏ ਨਹੀਂ, ਸਾਡੇ ਸ਼ਾਰਟੇਜ ਸੀਗੀ ਅਤੇ ਬਿਜਲੀ ਦੇ ਕੱਟ ਲੱਗਦੇ ਸੀਗੇ। ਉਸ ਤੋਂ ਬਾਅਦ 3 ਪਲਾਂਟ ਜਿਹੜੇ ਆ ਪ੍ਰਾਈਵੇਟ ਸੈਕਟਰ 'ਚ
ਕਨਸੀਵ ਕੀਤੇ ਗਏ ਵੀ ਲਾਣੇ ਆ। ਇਹ ਠੀਕ ਹੈ, ਉਸ ਟਾਈਮ ਦੀ ਸਰਕਾਰ ਦੀ ਗਲਤੀ ਸੀ ਕਿ ਵੀ ਉਹ ਤਿੰਨੋਂ ਪ੍ਰਾਈਵੇਟ 'ਚ ਨਾ ਲਾਉਂਦੇ, 2 ਸਟੇਟ ਸੈਕਟਰ 'ਚ ਲਾਉਂਦੇ। 4000 ਮੈਗਾਵਾਟ ਪਾਵਰ ਜਿਹੜੀ ਹੈ ਵਿਦਿਨ ਦੀ ਬਾਉਂਡਰੀ ਆਫ ਸਟੇਟਸ ਜਿਹੜੀ ਹੈ ਉਹ ਪਲਾਂਟ ਲੱਗ ਗਏ। ਉਹ ਪਲਾਂਟ ਲਾਸਟ ਉਹ 14 15 15 16 'ਚ ਲੱਗ ਗਏ ਅਤੇ ਸਾਡੀ ਸਮਰੱਥਾ ਜਿਹੜੀ ਹੈ ਤਕਰੀਬਨ 14000 ਮੈਗਾਵਾਟ ਇੰਸਟਾਲਡ ਕਪੈਸਿਟੀ ਹੋ ਗਈ। ਉਹ ਤੋਂ ਬਾਅਦ ਫਿਰ ਨਹੀਂ ਅਸੀਂ ਜਨਰੇਸ਼ਨ ਐਡ ਕੀਤੀ ਜੀ ਪੰਜਾਬ 'ਚ, ਉੱਥੇ ਦੇ ਉੱਥੇ ਖੜ੍ਹੇ ਹਾਂ ਜੀ। ਸਗੋਂ ਅਸੀਂ 460 ਮੈਗਾਵਾਟ ਗੁਰੂ ਨਾਨਕ ਦੇਵ ਥਰਮਲ ਪਲਾਂਟ ਬੰਦ ਕਰ ਲਿਆ, 420 ਮੈਗਾਵਾਟ ਅਸੀਂ 2 ਯੂਨਿਟ ਰੋਪੜ ਦੇ ਬੰਦ ਕਰ ਲਏ। ਅਤੇ ਪੰਜਾਬ 'ਚ ਦੇਖੋ ਮੈਂ ਇਹਨੂੰ ਹੋਰ ਮੈਂ ਐਕਸਪਲੇਨ ਕਰ ਦਿੰਦਾ। ਪੰਜਾਬ ਦੀ ਜਿਹੜੀ ਡਿਮਾਂਡ ਹੈ ਸਪੋਜ਼ ਆਪਾਂ ਕਹਿੰਦੇ ਹਾਂ 15000 ਮੈਗਾਵਾਟ ਹੈ, ਉਹ ਡਿਮਾਂਡ ਨੂੰ ਪੂਰਾ ਕਰਨ ਲਈ ਪੰਜਾਬ ਨੂੰ ਅਰੇਂਜਮੈਂਟ 2 ਹਿੱਸਿਆਂ 'ਚ ਕਰਨੇ ਪੈਂਦੇ ਆ। ਇੱਕ ਹੈ ਅਸੀਂ ਪੰਜਾਬ ਸੂਬੇ ਤੋਂ ਬਾਹਰੋਂ ਬਿਜਲੀ ਲਿਆਉਂਦੇ ਹਾਂ, ਇੱਕ ਜਿਹੜੀ ਹੈ ਸਾਡੀ ਜਨਰੇਸ਼ਨ ਵਿਦਿਨ ਪੰਜਾਬ ਹੈ, ਠੀਕ ਹੈ ਜੀ। ਜਿਹੜੀ ਬਾਹਰੋਂ ਅਸੀਂ ਬਿਜਲੀ ਲਿਆਉਂਦੇ ਹਾਂ ਉਹਦੀ ਆਪਣੀ ਇੱਕ ਸੀਮਾ ਹੁੰਦੀ ਹੈ। ਪਿਛਲੇ ਸਾਲ ਤੱਕ ਉਹ 7600 ਮੈਗਾਵਾਟ ਸੀਗੀ, ਐਤਕੀ ਅਸੀਂ ਉਹਨੂੰ 8500 ਮੈਗਾਵਾਟ ਤੱਕ ਟਰਾਈ ਕਰ ਰਹੇ ਹਾਂ ਵੀ ਹੋ ਜੇ, ਹੈ ਨਾ। ਪਲੱਸ ਉਹਦੇ ਆਪਣੇ ਬੜੇ ਕੰਸਟੇਂਟਸ ਹੁੰਦੇ ਆ। 8500 ਹੋ ਗਈ, ਇਹ ਜ਼ਰੂਰੀ ਨਹੀਂ ਹੈ 8500 ਮੈਗਾਵਾਟ ਆਏਗੀ। ਉਹ ਕਈ ਵਾਰੀ ਸ਼ਾਰਟ ਟਰਮ ਪਾਵਰ ਨਹੀਂ ਮਿਲਦੀ, ਕੋਈ ਡੇ ਹੈਡ ਪਾਵਰ ਨਹੀਂ ਮਿਲਦੀ, ਹੋਰ ਬੜੇ ਉਹਦੇ ਟੈਂਟੇ ਹੁੰਦੇ ਆ। ਕਿਉਂਕਿ ਜਿੱਦਾਂ ਹੁਣ ਸਾਰੇ ਆਲ ਓਵਰ ਇੰਡੀਆ ਸ਼ਾਰਟੇਜ ਹੈ ਅਤੇ ਦੇਗਾ ਕਿੱਥੋਂ ਕੋਈ ਬਿਜਲੀ, ਹੈ ਨਾ, ਇੱਕ ਚੀਜ਼ ਹੈ। ਦੂਜੀ ਜਿਹੜੀ ਹੈ ਅਸੀਂ ਪਾਵਰ ਜਿਹੜੀ ਹੈ ਵਿਦਿਨ ਸਟੇਟ ਜਿਹੜੀ ਜਨਰੇਟ ਕਿਹੜੀ ਕਰਦੇ, ਚਾਹੇ ਸਟੇਟ ਸੈਕਟਰ ਪਲਾਂਟ ਹੈ, ਚਾਹੇ ਰੀਨਿਊਏਬਲ ਐਨਰਜੀ ਹੈ, ਚਾਹੇ ਹਾਈਡਲ ਐਨਰਜੀ ਹੈ, ਚਾਹੇ ਪ੍ਰਾਈਵੇਟ ਸੈਕਟਰ ਪਲਾਂਟ ਨੇ। ਹੁਣ ਪ੍ਰਾਈਵੇਟ ਸੈਕਟਰ ਪਲਾਂਟ ਹੈ, ਉਹਦੀ ਤਲਵੰਡੀ ਸਾਬੋ ਹੈ, ਉਹਦੀ 3 ਯੂਨਿਟਾਂ ਇਕੱਠੀਆਂ ਚੱਲਦੀਆਂ ਹੀ ਨਹੀਂ ਕਦੇ। ਉਹਦੇ ਪਿਛਲੇ ਸਾਲ ਵੀ ਉਹਨੇ ਇੰਨੀ ਪ੍ਰੋਬਲਮ ਦਿੱਤੀ, ਉਹਦੇ ਉਹ ਤਲਵੰਡੀ ਸਾਬੋ ਦੇ 2 ਯੂਨਿਟ ਬੰਦ ਹੋਏ, ਉਹਦੇ ਕਾਰਨ ਹੀ ਤਾਂ ਕ੍ਰਾਈਸਿਸ ਆਇਆ। ਐਤਕੀ ਉਹਦੇ ਕਦੇ 1 ਯੂਨਿਟ 3 ਯੂਨਿਟ ਤਾਂ ਉਹਦੇ ਕਦੇ ਚੱਲੇ ਨਹੀਂ। ਗੋਇੰਦਵਾਲ ਸਾਹਿਬ ਪਲਾਂਟ ਹੈ, ਉਹਦੀ 1 ਯੂਨਿਟ ਤਾਂ ਹਮੇਸ਼ਾ ਹੀ ਬੰਦ ਰਹਿੰਦੀ ਹੈ। ਆਪਣੇ ਪਲਾਂਟ ਅਸੀਂ ਬੰਦ ਕਰਤੇ। ਸੋ ਜੇ ਲੈਸਨ ਟੂ ਬੀ ਲਰਨਡ ਜਿਹੜੀ ਤੁਹਾਡਾ ਸਵਾਲ ਸੀਗਾ ਫੋਰਮ ਕੀ ਚਾਹੁੰਦਾ, ਅਸੀਂ ਇਹ ਕਹਿੰਦੇ ਹਾਂ ਕਿ ਵਿਦਿਨ ਦੀ ਬਾਉਂਡਰੀ ਆਫ ਦੀ ਸਟੇਟ ਘੱਟੋ ਘੱਟ 1500 ਤੋਂ 2000 ਮੈਗਾਵਾਟ ਹੋਰ ਐਨਰਜੀ ਪੈਦਾ ਕਰਨ ਲਈ ਹੁਣ ਤੋਂ ਹੀ ਸਕੀਮ ਹੈ, ਜੰਗੀ ਪੱਧਰ 'ਤੇ ਸ਼ੁਰੂ ਕਰ ਦਈਏ। ਮੈਂ ਅਖਬਾਰ 'ਚ ਸਟੇਟਮੈਂਟ ਪੜ੍ਹ ਰਿਹਾ ਸੀਗਾ, ਹਰਿਆਣੇ ਕਹਿੰਦਾ ਵੀ ਮੈਂ 750 ਮੈਗਾਵਾਟ ਦੀ ਯੂਨਿਟ ਲਾਣੀ ਹੈ ਯਮੁਨਾ ਨਗਰ, ਅਤੇ ਪੰਜਾਬ ਦੇ ਤਾਂ ਕੋਈ ਇਹਦੇ ਸੁਣਿਆ ਹੀ ਨਹੀਂ ਅਸੀਂ ਜੀ। ਕੋਈ ਮੈਕਸਿਮਮ ਆਪਾਂ ਕਿੰਨੀ ਬਾਹਰੋਂ ਖਰੀਦ ਸਕਦੇ ਹੈਗੇ ਜੀ? ਮੈਕਸਿਮਮ ਮੈਂ ਕਿਹਾ ਉਹ ਲਿਮਿਟ ਜਿਹੜੀ ਆ 8500 7600 ਪਿਛਲੇ ਸਾਲ ਸੀ, ਐਤਕੀ 8500 ਹੈ। ਅਤੇ ਉਹਦੀ ਲਿਮਿਟ ਜਿਹੜੀ ਹੈ ਉਹਦੇ 2 ਨੇ। ਇੱਕ ਫਿਰ ਪਿਛਲੇ ਸਾਲ ਸਾਨੂੰ 18-20 ਰੁਪਏ ਯੂਨਿਟ ਖਰੀਦਣੀ ਪਈ, ਹੈ ਨਾ। ਫਾਈਨੈਂਸਿਸ ਵੀ ਇੱਕ ਉਹਦੇ ਵਿੱਚ ਕੰਸਟੇਂਟ ਹੈ, ਬਿਜਲੀ ਮਿਲਦੀ ਜਾਂ ਨਹੀਂ ਉਹ ਵੀ ਕੰਸਟੇਂਟ ਹੈ। ਮੈਕਸਿਮਮ ਲਿਮਿਟ ਜੇ ਹੈ 84-8500 ਮੈਗਾਵਾਟ ਲੈ ਸਕਦੇ। ਬਾਕੀ ਸਾਨੂੰ ਵਿਦਿਨ ਪੰਜਾਬ ਜਿਹੜੀ ਹੈ ਬਿਜਲੀ ਜਨਰੇਟ ਕਰਨੀ ਹੈ, ਉਹਦੀ ਆਪਣੀਆਂ ਪ੍ਰੋਬਲਮਾਂ ਨੇ ਜੀ, ਸਾਡੇ ਕੋਲ ਇੰਨੀ ਸਮਰੱਥਾ ਨਹੀਂ ਹੈ। ਸੋ ਵਿਦਿਨ ਪੰਜਾਬ ਸਾਨੂੰ ਸਮਰੱਥਾ ਵਧਾਉਣੀ ਚਾਹੀਦੀ ਹੈ ਅਤੇ ਕੋਲਾ ਜਿਹੜਾ ਆਪਣਾ ਮਾਈਨ ਕਰਨਾ ਚਾਹੀਦਾ ਹੈ, ਅਤੇ ਸਟੇਟ ਸੈਕਟਰ ਜਨਰੇਸ਼ਨ ਵਧਾ ਕੇ ਉਹ ਕੋਲਾ ਵਰਤੀਏ। ਉਹਦੇ ਨਾਲ ਹੀ ਸਾਨੂੰ 3 ਫਾਇਦੇ, ਬਿਜਲੀ ਸਸਤੀ ਹੋਏਗੀ ਅਤੇ ਗੌਰਮੈਂਟ ਦਾ ਸਬਸਿਡੀ ਬਿੱਲ ਵੀ ਘਟੇਗਾ, ਅਤੇ ਤੀਸਰਾ ਪੰਜਾਬ ਦੇ ਲੋਕਾਂ ਨੂੰ ਪੂਰੀ ਬਿਜਲੀ ਮਿਲੇਗੀ ਜੀ। ਸਰ ਮੇਰਾ ਆਖਰੀ ਸਵਾਲ ਆ, ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹੜਾ ਆਪਣਾ PCPL ਜਿਹਨੂੰ ਕਹਿੰਦੇ ਆਪਾਂ, ਉਹ ਸਰਕਾਰ ਨੂੰ ਗੁੰਮਰਾਹ ਕਰਦਾ ਹੈਗਾ ਕਿ ਸਰਕਾਰ ਉਹਨੂੰ ਗੁੰਮਰਾਹ ਕਰਦੀ, ਜਾਂ ਦੋਨੇ ਮਿਲੇ ਹੋਏ ਨੇ? ਦੇਖੋ, ਜਿਹੜੀ ਆਪਾਂ ਲੋਕਾਂ ਨੂੰ ਬਿਜਲੀ ਦੇਣੀ ਹੈ, ਮੈਂ ਇੱਕ ਇੰਜੀਨੀਅਰ ਹਾਂ, ਮੇਰੀ ਡਿਊਟੀ ਬਣਦੀ ਹੈ ਕਿ ਜੋ ਮੈਨੂੰ ਟੈਕਨੀਕਲ ਸਮਝ ਹੈ ਉਸ ਹਿਸਾਬ ਨਾਲ ਮੈਂ ਬਿਆਨ ਦੇਵਾਂ। ਮੈਂ ਪਿਛਲੇ ਜਿਹੜੀ ਹੁਣ ਤੁਹਾਡਾ ਸਵਾਲ ਦਾ ਮੈਂ ਜਵਾਬ ਦਿੰਦਾ, ਮਾਰਚ ਮਹੀਨੇ ਵਿੱਚ ਸਾਡੀ ਮੈਨੇਜਮੈਂਟ ਨੇ ਕਿਹਾ ਕਿ ਜੀ ਸਾਡੇ ਕੋਲ ਬਿਜਲੀ ਦੇ ਪੂਰੇ ਅਰੇਂਜਮੈਂਟ ਨੇ, ਅਪ੍ਰੈਲ 'ਚ ਪਾਵਰ ਕੱਟ ਨਹੀਂ ਲੱਗਣਗੇ। ਇਹ ਕਿਹਾ ਨਾ ਜੀ, ਅਪ੍ਰੈਲ 'ਚ ਕੱਟ ਲੱਗੇ ਕਿ ਨਹੀਂ ਜੀ? ਹੁਣ ਉਹ ਕਹਿ ਰਹੇ ਆ ਕਿ ਪੈਡੀ 'ਚ ਕੱਟ ਨਹੀਂ ਲੱਗਣਗੇ। ਮੈਂ ਕਹਿ ਰਿਹਾ 1500 ਤੋਂ 1800 ਮੈਗਾਵਾਟ ਦੀ ਘੱਟ ਸ਼ਾਰਟੇਜ ਆਏਗੀ, ਕੱਟ ਲੱਗਣਗੇ। ਕਿਸ ਤਰ੍ਹਾਂ ਕਰੋਗੇ ਤੁਸੀਂ? ਸਾਡੀ ਇਹੀ ਮੈਨੇਜਮੈਂਟ ਪਿਛਲੇ ਸਾਲ ਕਹਿੰਦੀ ਸੀਗੀ ਕਿ ਅਸੀਂ ਜੀ ਪਾਵਰ ਪਰਚੇਜ਼ ਐਗਰੀਮੈਂਟ ਕੈਂਸਲ ਕਰ ਦੇਣੇ ਆ, ਕੈਂਸਲ ਹੋਏ ਜੀ। ਉਹ ਇਹ ਕਹਿੰਦੇ ਸੀਗੇ ਕਿ ਇਹ 2000 ਮੈਗਾਵਾਟ ਫਾਲਤੂ ਪਲਾਂਟ ਬਣਾਏ ਨੇ। ਮੈਨੂੰ ਇਹ ਦੱਸੋ, ਇਹ 2000 ਮੈਗਾਵਾਟ ਅੱਜ ਜਿੰਨੀ ਪਾਵਰ ਹੈ ਉਹ ਨਹੀਂ ਪੂਰੀ ਹੋ ਰਹੀ। ਜੇ 2000 ਘੱਟ ਹੁੰਦੀ ਤਾਂ ਸਾਡਾ ਕੀ ਹਾਲ ਹੁੰਦਾ ਜੀ? ਦੱਸੋ ਤਾਂ ਸਹੀ ਨਾ ਜੀ। ਸੋ ਇਹ ਤੋਂ ਅੰਦਾਜ਼ਾ ਨਹੀਂ ਲਾ ਸਕਦੇ ਕਿ ਜਿਹੜੇ ਬੰਦੇ ਪ੍ਰੋਫੈਸ਼ਨਲ ਹੈ, ਡਿਗਰੀਆਂ ਇੰਜੀਨੀਅਰਿੰਗ ਦੀਆਂ ਪਾਸ ਕੀਤੀਆਂ ਨੇ, ਅਤੇ ਜਿਹੜੇ ਬਿਆਨਬਾਜ਼ੀ ਉਹ ਪੋਲੀਟੀਕਲ ਨਹੀਂ ਦੇ ਰਹੇ ਜੀ। ਇਹ ਸਭ ਤੋਂ ਡੇਂਜਰਸ ਚੀਜ਼ ਹੈ ਜੀ। ਚਲੋ ਬਹੁਤ ਮਿਹਰਬਾਨੀ, ਧੰਨਵਾਦ ਜੀ। ਜਿੱਥੇ ਤੱਕ ਪੰਜਾਬ ਦਾ ਮਸਲਾ ਔਰ ਪੰਜਾਬ ਨੂੰ ਲੱਗਦਾ ਕਿ ਸੱਚੀ ਲੁੱਟ ਕੇ ਖਾ ਲਿਆ, ਔਰ ਰਹੀ ਗੱਲ ਕਿ ਪੰਜਾਬ ਦੇ ਲੋਕ ਬਿਜਲੀ ਪੱਖੋਂ ਮਾਰ ਖਾ ਰਹੇ ਨੇ, ਕੱਟ ਲੱਗ ਰਹੇ ਨੇ,
ਝੋਨੇ ਦਾ ਸੀਜ਼ਨ ਲੱਗਣ ਵਾਲਾ